ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਦੇ ਪ੍ਰੋਗਰਾਮ ਵਿੱਚ ਆਪ ਸਭ ਨੂੰ ਜੀ ਆਇਆਂ। ਅੱਜ ਸੋਮਵਾਰ ਹੈ ਔਰ ਹਰ ਸੋਮਵਾਰ ਜਿਵੇਂ ਆਪ ਜੀ ਨੂੰ ਪਤਾ ਹੈ ਸਵਾਲ ਜਵਾਬ ਦਾ ਸੈਸ਼ਨ ਹੁੰਦਾ ਤੇ ਆਓ ਇਸ ਸੈਸ਼ਨ ਨੂੰ ਪ੍ਰਾਰੰਭ ਕਰਨਾ। ਉਸ ਤੋਂ ਪਹਿਲਾਂ ਸਾਰੇ ਮੈਂਬਰਾਂ ਆਪ ਜੀ ਨੂੰ ਫਤਿਹ ਸਾਂਝੀ ਕਰਨਗੇ ਜੀ। ਮੈਂ ਬੇਨਤੀ ਕਰਨ ਲੱਗਾ ਸਾਹਿਬ ਮਨਿੰਦਰਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਤੇਜਿੰਦਰ ਸਿੰਘ ਜੀ, ਅਨਮਿਊਟ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਇੰਦਰਬੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਸਰਦਾਰ ਕਿੱਕਰ ਸਿੰਘ ਜੀ। ਸਰਦਾਰ ਕਿੱਕਰ ਸਿੰਘ ਜੀ ਉਹ ਜੇ ਆਏ ਨਹੀਂ ਲੱਗਦੇ। ਅੱਛਾ, ਚਲੋ। ਤੇ ਭੈਣ ਮਨਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਰਦਾਰ ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਰ ਹਰਜੀਤ ਸਿੰਘ ਜੀ ਅੱਜ ਸਫ਼ਰ 'ਚ ਨੇ ਤੇ ਉਹ ਸ਼ਾਇਦ ਨਹੀਂ ਜੁਆਇਨ ਕਰ ਸਕਣਗੇ। ਕਿੱਕਰ ਸਿੰਘ ਜੀ ਨੇ ਜੁਆਇਨ ਤਾਂ ਕਰ ਲਿਆ ਪਰ ਉਹਨਾਂ ਦਾ ਅਜੇ ਆਡੀਓ ਕਨੈਕਟ ਨਹੀਂ ਹੋਇਆ। ਅੱਛਾ, ਉਹ ਕਹਿ ਰਹੇ ਸੀ ਸ਼ਾਇਦ ਮੈਂ ਨਾ ਹੀ ਕਰ ਸਕਦਾ। ਚਲੋ ਹੋ ਗਿਆ ਵੈਸੇ ਜੁਆਇਨ ਕਰ ਜਾਣਗੇ ਜੀ। ਹਾਂਜੀ ਸਰ ਕਿੱਕਰ ਸਿੰਘ ਜੀ ਅਨਮਿਊਟ ਕਰ ਲਓ ਜਰਾ। ਹਾਂਜੀ, ਕਿੱਕਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੋ ਆਓ ਸੰਗਤ ਜੀ ਆਪਾਂ ਹੋਰ ਸਮਾਂ ਨਾ ਲਈਏ, ਸ਼ੁਰੂ ਕਰੀਏ ਸਵਾਲਾਂ ਵੱਲ। ਤੋ ਸਵਾਲ ਸਾਡੇ ਕੋਲ ਹਰ ਹਫਤੇ ਦੀ ਤਰ੍ਹਾਂ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਨੇ ਜੀ। ਤੋ ਅੱਜ ਕੱਲ ਤੁਹਾਨੂੰ ਪਤਾ ਦਸੰਬਰ ਦਾ ਮਹੀਨਾ ਜਿਹੜਾ ਇਹਦੇ 'ਚ ਸਿੱਖ ਮਤ ਵਿੱਚ, ਸਾਡੇ ਇਜ਼ਮ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ, ਕਿਉਂਕਿ ਇਸ ਮਹੀਨੇ ਦੇ ਵਿੱਚ ਗੁਰੂ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਨੰਦਗੜ੍ਹ ਦਾ ਕਿਲ੍ਹਾ ਛੱਡਿਆ ਔਰ ਉਸ ਤੋਂ ਬਾਅਦ ਜੋ ਸਾਰਾ ਸਾਕਾ ਵਾਪਰਿਆ ਉਹਦੇ 'ਚ ਕਿਤਨੀਆਂ ਸ਼ਹੀਦੀਆਂ ਹੋਈਆਂ ਨੇ ਔਰ ਕਿੰਨੇ ਕਸ਼ਟ ਜਿਹੜੇ ਨੇ ਇਹ ਦੁਨਿਆਵੀ ਤੌਰ ਤੇ ਸਿੰਘਾਂ ਨੂੰ ਝੱਲਣੇ ਪਏ। ਪਰ ਇਤਿਹਾਸ ਦਾ ਇੱਕ ਬਹੁਤ ਹੀ ਵੱਡਾ ਅਹਿਮ, ਜਿਹਨੂੰ ਆਪਾਂ ਕਹਿੰਦੇ ਖੂਨੀ ਪੱਤਰੇ ਵਾਲਾ, ਇਹ ਸਾਡਾ ਇਤਿਹਾਸ ਹੈ। ਤੋਂ ਪਹਿਲਾ ਸਵਾਲ ਚਲੋ ਆਪਾਂ ਉਹਦੇ ਵੱਲ ਲੈਂਦੇ ਹਾਂ। ਸਾਡੇ ਕੋਲ ਸਵਾਲ ਆਇਆ ਕਿ ਪਰਿਵਾਰ ਵਿਛੋੜਾ, ਜਿਸ ਵੇਲੇ ਗੁਰੂ ਸਾਹਿਬ ਜੀ ਨੇ ਆਨੰਦਗੜ੍ਹ ਦਾ ਕਿਲ੍ਹਾ ਖਾਲੀ ਛੱਡਿਆ ਤੇ ਪਰਿਵਾਰ ਵਿਛੋੜਾ ਸਰਸਾ ਨਦੀ ਤੇ ਆ ਕੇ ਆਪਾਂ ਇਤਿਹਾਸ ਸੁਣਦੇ ਨੇ। ਤੇ ਸਵਾਲ ਕਰਤਾ ਨੂੰ ਪਿੱਛੇ ਪਰਿਵਾਰ ਵਿਛੋੜੇ ਬਾਰੇ ਜਾਣਕਾਰੀ ਦਿਓ ਤੇ ਕਿਤਨੀਆਂ ਸ਼ਹੀਦੀਆਂ ਉਸ ਸਮੇਂ ਹੋਈਆਂ ਨੇ, ਉਹਨਾਂ ਬਾਰੇ ਕੁਝ ਜਾਣਕਾਰੀ ਜੇ ਮਿਲ ਸਕੇ ਤਾਂ ਮੈਂ ਬੇਨਤੀ ਕਰ ਰਿਹਾ ਭੈਣ ਮਨਿੰਦਰ ਕੌਰ ਜੀ ਨੂੰ ਵੀ ਇਹਦੇ ਤੇ ਚਾਨਣਾ ਪਾਉਣ। ਭੈਣ ਮਨਿੰਦਰ ਕੌਰ ਜੀ। ਮਨਿੰਦਰ ਕੌਰ ਜੀ ਅਨਮਿਊਟ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਵੀਰ ਜੀ ਨੇ ਦੱਸਿਆ ਹੈ ਕਿ ਪਰਿਵਾਰ ਵਿਛੋੜੇ ਦੇ ਬਾਰੇ ਜਾਣਕਾਰੀ ਚਾਹੀਏ ਸਵਾਲ ਕਰਤਾ ਨੇ। ਸੋ ਜਦ ਅਸੀਂ ਪਰਿਵਾਰ ਵਿਛੋੜੇ ਦੀ ਗੱਲ ਕਰਦੇ ਹਾਂ ਤੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦਾ ਫੈਸਲਾ ਲਿਆ, ਕਿਉਂਕਿ ਅਨੰਦਪੁਰ ਸਾਹਿਬ ਘੇਰਾ ਪੈ ਬਹੁਤ ਸਮਾਂ ਹੋ ਗਿਆ ਸੀ। ਤਕਰੀਬਨ 6-7 ਮਹੀਨੇ ਹੋ ਗਏ ਸਨ। ਰਸਦ ਪਾਣੀ ਮੁੱਕ ਗਿਆ ਸੀ ਅਤੇ ਫੌਜ ਥੋੜੀ ਰਹਿ ਗਈ ਸੀ, ਉਹ ਵੀ ਨਿਢਾਲ ਸੀ ਤੇ ਕਮਜ਼ੋਰੀ ਹੋ ਰਹੀ ਸੀ। ਉਸ ਵਕਤ ਇੱਕ ਕਾਸਦ ਸਰਹੰਦ ਦੇ ਨਵਾਬ ਦਾ ਪੈਗਾਮ ਲੈ ਕੇ ਆਉਂਦਾ ਹੈ ਤੇ ਇਸ ਤੋਂ ਪਹਿਲਾਂ ਪਹਾੜੀ ਰਾਜਿਆਂ ਦਾ ਭੇਜਿਆ ਹੋਇਆ ਪੰਡਤ ਪਰਮਾਨੰਦ ਆਇਆ ਸੀ ਤੇ ਹੁਣ ਸਮਾਣੇ ਦਾ ਰਹਿਣ ਵਾਲਾ ਸੈਯਦ ਵਲੀ ਹਸਨ ਆਉਂਦਾ ਹੈ। ਉਹ ਔਰੰਗਜ਼ੇਬ ਦੀ ਲਿਖੀ ਕੁਰਾਨ ਲੈ ਕੇ ਆਉਂਦਾ ਹੈ, ਜਿਸ ਦੇ ਖੱਬੇ ਪਾਸੇ, ਕਿਉਂਕਿ ਉਹ ਸੱਜੇ ਪਾਸੇ ਤੋਂ ਸ਼ੁਰੂ ਹੁੰਦੀ ਹੈ ਤੇ ਅਖੀਰਲੇ ਪੰਨੇ ਤੇ ਖੱਬੇ ਪਾਸੇ ਕਸਮ ਲਿਖੀ ਹੋਈ ਹੈ। ਉਸ ਵਿੱਚ ਲਿਖਿਆ ਹੋਇਆ ਹੈ ਕਿ ਕਲਗੀਧਰ ਪਾਤਸ਼ਾਹ ਤੁਸੀਂ ਦੀਨਾ ਕਾਂਗੜ ਦੇ ਇਲਾਕੇ ਵੱਲ ਤਸ਼ਰੀਫ ਲੈ ਆਓ, ਮੈਂ ਤੁਹਾਡੇ ਨਾਲ ਮੁਲਾਕਾਤ ਕਰਨਾ ਚਾਹੁੰਦਾ ਹਾਂ, ਤੁਹਾਡੇ ਤੇ ਹਮਲਾ ਨਹੀਂ ਹੋਵੇਗਾ। ਜੇ ਗੁਰੂ ਸਾਹਿਬ ਅਨੰਦਪੁਰ ਸਾਹਿਬ ਨਹੀਂ ਛੱਡਦੇ ਤਾਂ ਇਹਨਾਂ ਕਹਿਣਾ ਸੀ ਕਿ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨਾਂ ਦੀ ਗੱਲ ਮੰਨ ਲਈ ਹੁੰਦੀ ਤੇ ਸਰਸਾ ਦੇ ਕੰਢੇ ਤੇ ਜੰਗ ਨਹੀਂ ਹੋਣੀ ਸੀ।
ਜੇ ਸਾਡੀ ਕੁਰਾਨ ਦੀ ਕਸਮ ਦੀ ਲਾਜ ਰੱਖ ਲੈਂਦੇ ਤੇ ਚਮਕੌਰ ਸਾਹਿਬ ਤੇ ਬੱਚੇ ਸ਼ਹੀਦ ਨਹੀਂ ਹੋਣੇ ਸੀ। ਜੇ ਸਾਡੀ ਕੁਰਾਨ ਦੀ ਕਸਮ ਮੰਨ ਲਈ ਹੁੰਦੀ ਤੇ ਸਰਹੰਦ ਵਿੱਚ ਬੱਚੇ ਦੀਵਾਰਾਂ ਵਿੱਚ ਨਹੀਂ ਚਿਣੇ ਜਾਣੇ ਸੀ ਤੇ ਸਾਡੀ ਤਵਾਰੀਖ ਨੂੰ ਝੂਠਾ ਸਾਬਿਤ ਕੀਤਾ ਜਾਣਾ ਸੀ। ਤੇ ਗੁਰੂ ਪਾਤਸ਼ਾਹ ਨੂੰ ਪਤਾ ਹੈ ਜੋ ਵਰਤਾਰਾ ਹੋਵੇਗਾ, ਪਰ ਗੁਰੂ ਸਾਹਿਬ ਉਹਨਾਂ ਦੇ ਕੁਰਾਨ ਦੇ ਪਰਦੇ ਦੇ ਹੇਠ ਕੀਤੇ ਜਾ ਰਹੇ ਧੋਖੇ ਪਿੱਛੇ ਅਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਲਿਆ। ਨਹੀਂ ਤੇ ਜੰਗ ਅਨੰਦਪੁਰ ਸਾਹਿਬ ਵੀ ਕਰ ਰਹੇ ਸੀ ਤੇ ਚਮਕੌਰ ਸਾਹਿਬ ਵੀ ਹੋਈ। ਸ਼ਹਾਦਤਾਂ ਅਨੰਦਪੁਰ ਸਾਹਿਬ ਵੀ ਰੋਜ਼ ਹੋ ਰਹੀਆਂ ਸੀ ਅਤੇ ਚਮਕੌਰ ਸਾਹਿਬ ਵੀ ਹੋਈਆਂ। ਸੋ ਜੋ ਆਮ ਕਿਹਾ ਜਾਂਦਾ ਹੈ, ਗੁਰੂ ਸਾਹਿਬ ਨਾਲ ਧੋਖਾ ਹੋਇਆ। ਧੋਖਾ ਨਹੀਂ ਹੋਇਆ, ਪੂਰਨ ਗੁਰੂ ਕਦੀ ਛਲਿਆ ਨਹੀਂ ਜਾਂਦਾ। ਗੁਰੂ ਨੇ ਛਲ ਕਰਨ ਵਾਲਿਆਂ ਦਾ ਪਾਜ ਉਗੇੜਿਆ ਹੈ। ਇਹ ਕਿਲਾ ਕੋਈ ਵਹੀਰ ਵਾਂਗ ਨਹੀਂ ਛੱਡਿਆ ਗਿਆ, ਪੂਰੀ ਤਰ੍ਹਾਂ ਨਾਲ ਫੌਜੀ ਰਣਨੀਤੀ ਲਾਈ ਗਈ। ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਥੋੜੀ ਫੌਜ ਨਾਲ ਛੋਟੀ ਜਿਹੀ ਜ਼ਿੰਦਗੀ ਵਿੱਚ 14 ਜੰਗਾਂ ਲੜੀਆਂ ਤੇ ਸਾਰੀਆਂ ਹੀ ਜਿੱਤੀਆਂ, ਕਿਉਂਕਿ ਆਪ ਜੀ ਨੇ ਮੈਦਾਨੇ ਜੰਗ ਦੀ ਚੋਣ ਆਪ ਕੀਤੀ। ਦਸਮ ਪਾਤਸ਼ਾਹ ਦੇ ਸਾਹਮਣੇ ਹੁਣ ਦੋ ਗੱਲਾਂ ਨੇ। ਸਰਸਾ ਨਦੀ ਹੈ, ਇੱਕ ਪਾਸੇ ਅਨੰਦਪੁਰ ਸਾਹਿਬ ਹੈ, ਇੱਕ ਪਾਸੇ ਰੋਪੜ ਵਾਲਾ ਹਿੱਸਾ ਹੈ। ਅੰਦਰ ਪਾਸੇ ਪਹਾੜੀ ਰਾਜਿਆਂ ਦੀ ਫੌਜ ਹੈ, ਬਾਹਰ ਰੋਪੜ ਤੋਂ ਮਲੇਰਕੋਟਲੇ ਤੋਂ ਫੌਜ ਆ ਰਹੀ ਹੈ। ਆਇਨੇ ਅਕਬਰੀ ਫਾਰਸੀ ਦੀ ਕਿਤਾਬ ਹੈ, ਜਿਸ ਦੇ ਮੁਤਾਬਕ ਇਹਨਾਂ ਕੋਲ 40,000 ਪੈਦਲ ਅਤੇ 9,000 ਘੋੜਸਵਾਰ ਸੀ। ਬਾਹਰੋਂ ਫੌਜ ਆ ਰਹੀ ਹੈ, ਅੰਦਰੋਂ ਫੌਜ ਨੇ ਘੇਰਾ ਪਾਇਆ ਹੋਇਆ ਹੈ। ਸੋ ਦੋਨੋਂ ਤੋਂ ਬਚਣਾ ਕਿਵੇਂ ਹੈ? ਇਸ ਲਈ ਗੁਰੂ ਜੀ ਨੇ ਸਭ ਤੋਂ ਅੱਗੇ ਭਾਈ ਉਦੈ ਸਿੰਘ ਨੂੰ ਸ਼ਾਹੀ ਟਿੱਬੀ ਤੇ ਤਾਇਨਾਤ ਕੀਤਾ। ਇਹ ਉੱਚੀ ਜਗ੍ਹਾ ਹੈ, ਇਸ ਨੂੰ ਹਥੋਦ ਦਾ ਇਲਾਕਾ ਵੀ ਕਿਹਾ ਜਾਂਦਾ ਸੀ। ਉੱਚੀ ਘਾਹ ਸੀ, ਸ਼ਾਹੀ ਪਾਓ ਹਨੇਰੇ ਵਾਲੀ ਜਗ੍ਹਾ ਸੀ। ਉਸ ਜਗ੍ਹਾ 50 ਸਿੰਘਾਂ ਨਾਲ ਭਾਈ ਉਦੈ ਸਿੰਘ ਨੂੰ ਤਾਇਨਾਤ ਕੀਤਾ। 50 ਸਿੰਘ ਉੱਥੇ ਇੱਕ ਸੁਰੱਖਿਆ ਚੌਕੀ ਦਾ ਕੰਮ ਕਰ ਰਹੇ ਨੇ। ਜਿੱਧਰੋਂ ਵੀ ਫੌਜ ਆਏਗੀ ਅਸੀਂ ਉਸ ਨੂੰ ਰੋਕਣਾ ਹੈ, ਜਿਹੜੀ ਵਹੀਰ ਤੱਕ ਨਾ ਪਹੁੰਚ ਸਕੇ। ਉਸ ਤੋਂ ਅੱਗੇ ਚੱਕੀਆਂ ਪਿੰਡ ਦੀ ਜੂ ਦੇ ਵਿੱਚ 100 ਸਿੰਘ ਦੇ ਕੇ ਬਾਬਾ ਜੀਵਨ ਸਿੰਘ ਜੀ ਨੂੰ ਤਾਇਨਾਤ ਕੀਤਾ। ਸਰਸਾ ਦਾ ਉਰਲਾ ਪਾਸਾ, ਸਰਸਾ ਦੇ ਪਾਰ ਵਾਲੇ ਪਾਸੇ ਮਲਕਪੁਰ ਰੰਗੜਾ, ਕਿਉਂਕਿ ਜਦੋਂ ਨਦੀ ਪਾਰ ਕਰਨੀ ਹੈ ਤੇ ਹਮਲਾਵਰ ਉਦੋਂ ਵੀ ਹਮਲਾ ਕਰ ਸਕਦਾ ਹੈ। ਤੇ ਉਧਰ ਮਲਕਪੁਰ ਦੀ ਜੋ ਵਿੱਚ 100 ਸਿੰਘਾਂ ਨੂੰ ਤਾਇਨਾਤ ਕੀਤਾ ਤੇ ਸਭ ਤੋਂ ਪਿੱਛੋਂ ਹਮਲਾ ਨਾ ਹੋ ਜਾਵੇ। ਤੇ ਸਭ ਤੋਂ ਪਿੱਛੇ ਆ ਰਹੇ ਨੇ ਘੋੜਿਆਂ ਤੇ ਸਵਾਰ ਹੋ ਕੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਬਾਬਾ ਬੁੱਢਾ ਸਿੰਘ ਜੀ। ਇਹ ਵਹੀਰ ਦੀ ਤਰਤੀਬ ਹੈ। ਅਸੀਂ ਕਹਿ ਦਿੰਦੇ ਹਾਂ ਕਿ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਤੇ ਸਰਸਾ ਤੇ ਜੰਗ ਹੋ ਗਈ। ਦੁਸ਼ਮਣ ਦਾ ਨਿਸ਼ਾਨਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਂ ਤੇ ਬੰਦੀ ਬਣਾਉਣਾ ਹੈ ਜਾਂ ਕਤਲ ਕਰਕੇ ਉਹਨਾਂ ਦਾ ਸਿਰ ਔਰੰਗਜ਼ੇਬ ਅੱਗੇ ਪੇਸ਼ ਕਰਨਾ ਹੈ। ਗੁਰੂ ਸਾਹਿਬ ਜ਼ਫਰਨਾਮੇ ਵਿੱਚ ਕਹਿੰਦੇ ਹਨ ਕਿ ਮੇਰੇ ਸਰੀਰ ਤੇ ਖਰੋਚ ਵੀ ਨਹੀਂ ਆਈ ਤੇ ਤੂੰ ਮੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਿਆ। ਸਿੱਖਾਂ ਦੇ ਖੂਫੀਆ ਵਿਭਾਗ ਤੋਂ ਇੱਕ ਖਬਰ ਆਉਂਦੀ ਹੈ ਕਿ ਦੁਸ਼ਮਣ ਨੇ ਹਮਲਾ ਕਰ ਦਿੱਤਾ ਹੈ ਤੇ ਕਲਗੀਧਰ ਪਾਤਸ਼ਾਹ ਉਦੈ ਸਿੰਘ ਨੂੰ ਕਹਿੰਦੇ ਹਨ, ਤੁਸੀਂ ਸ਼ਾਹੀ ਟਿੱਬੀ ਤੋਂ ਹਮਲਾ ਕਰਨਾ ਹੈ। ਪਿੱਛੇ ਅਜੀਤ ਸਿੰਘ ਤੇ ਬਾਬਾ ਬੁੱਢਾ ਸਿੰਘ ਆ ਰਹੇ ਹਨ, ਉਹਨਾਂ ਨੂੰ ਕਹਿਣਾ ਕਿ ਉਹ ਇੱਥੇ ਨਾ ਲੜਨ, ਉਹ ਸਰਸਾ ਦੇ ਕੰਢੇ ਵਾਲੇ ਪਾਸੇ ਆ ਜਾਣ। ਉਸ ਜੰਗ ਵਿੱਚ ਅਜਮੇਰ ਚੰਦ ਨਾਲ ਲੜਦੇ ਭਾਈ ਉਦੈ ਸਿੰਘ ਤੇ 50 ਸਾਥੀਆਂ ਨਾਲ ਸ਼ਹੀਦ ਹੋ ਜਾਂਦੇ ਨੇ। ਤੇ ਸਰਸਾ ਦੇ ਕੰਢੇ ਤੇ ਸਰਸਾ ਪਾਰ ਕੀਤੀ ਜਾ ਰਹੀ ਹੈ। ਉਸ ਵੇਲੇ ਉੱਥੇ 3 ਲੜਾਈਆਂ ਹੋ ਰਹੀਆਂ ਹਨ। ਇੱਕ ਪਾਸੇ ਭਾਈ ਜੀਵਨ ਸਿੰਘ ਚੱਕੀਆ ਦੀ ਜੂ ਵਿੱਚ ਪਹਾੜੀ ਫੌਜੀਆਂ ਨਾਲ ਲੜ ਰਹੇ ਨੇ। ਮਲਕਪੁਰ ਰੰਗੜਾ ਵਾਲੇ ਪਾਸੇ ਭਾਈ ਬਚਿੱਤਰ ਸਿੰਘ ਰੋਪੜ ਤੋਂ ਆਉਣ ਵਾਲੀ ਫੌਜ ਨੂੰ ਰੋਕ ਰਹੇ ਨੇ। ਤੇ ਜਿਹੜੀ ਵਹੀਰ ਤੇ ਹਮਲਾ ਕਰ ਦਿੱਤਾ ਹੈ ਉੱਥੇ ਸਾਹਿਬਜ਼ਾਦਾ ਅਜੀਤ ਸਿੰਘ ਗੁਰੂ ਸਾਹਿਬ ਦੇ ਨਾਲ ਦੇ ਸਿੰਘ ਉਹ ਲੜਾਈ ਕਰ ਰਹੇ ਹਨ। ਇੱਕੋ ਵਰਤਾਰਾ ਹੈ, ਸਰਸਾ ਨੂੰ ਪਾਰ ਕਰਦਿਆਂ 3 ਲੜਾਈਆਂ ਹੋ ਰਹੀਆਂ ਹਨ। ਮਾਤਾ ਗੁਜਰ ਕੌਰ ਜੀ, 2 ਛੋਟੇ ਸਾਹਿਬਜ਼ਾਦੇ ਅਤੇ 2 ਸੇਵਾਦਾਰ ਵਹੀਰ ਤੋਂ ਦੂਰ ਨਿਕਲ ਜਾਂਦੇ ਹਨ। ਉਹਨਾਂ ਨੂੰ ਗੁਰੂ ਘਰ ਦਾ ਰਸੋਈਆ ਗੰਗੂ ਮਿਲ ਗਿਆ, ਉਹ ਉਹਨਾਂ ਨੂੰ ਆਪਣੇ ਪਿੰਡ ਸਹੇੜੀ ਲੈ ਗਿਆ।
ਗੁਰੂ ਗੋਬਿੰਦ ਸਿੰਘ, ਭਾਈ ਬਖਸ਼ੀਸ਼ ਸਿੰਘ, ਭਾਈ ਗੁਰਬਖਸ਼ੀਸ਼ ਸਿੰਘ ਅਤੇ ਕੁਝ ਹੋਰ ਸਾਥੀ ਸਿੰਘ ਕੋਟਲਾ ਨਿਹੰਗ ਪਹੁੰਚ ਚੁੱਕੇ ਸਨ। ਇਸ ਤਰ੍ਹਾਂ ਇੱਥੇ ਪਰਿਵਾਰ ਵਿੱਚ ਥੋੜਾ ਹੁੰਦਾ ਹੈ। ਕਲਗੀਧਰ ਪਾਤਸ਼ਾਹ ਕੋਟਲਾ ਨਿਹੰਗ ਵੱਲ ਚਲੇ ਜਾਂਦੇ ਹਨ। ਗੁਰੂ ਸਾਹਿਬ ਜੀ ਨੇ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਵੱਲ ਨੂੰ ਭੇਜ ਦਿੱਤਾ ਸੀ। ਗੁਰੂ ਜੀ ਜਿਸ ਵੇਲੇ ਅਨੰਦਪੁਰ ਸਾਹਿਬ ਤੋਂ ਚੱਲੇ ਸੀ ਤਾਂ ਤਕਰੀਬਨ 500 ਤੋਂ 600 ਸਿੰਘਾਂ ਦਾ ਜ਼ਿਕਰ ਮਿਲਦਾ ਹੈ। 50 ਸ਼ਹੀਦ ਹੋ ਗਏ ਸ਼ਾਹੀ ਟਿੱਬੀ ਤੇ 100 ਚੱਕੀਆ ਪਿੰਡ ਵਿੱਚ, 100 ਮਲਕਾਪੁਰ ਰੰਗੜਾ ਵਿੱਚ। ਜਿਹੜਾ ਰਹਿ ਗਿਆ ਉਹ 250 ਜਿੰਨੇ ਸਿੰਘ ਸੀ, ਵਿੱਚੋਂ 40-50 ਗੁਰੂ ਸਾਹਿਬ ਦੇ ਨਾਲ ਸੀ, 40-45 ਸਿੰਘ ਗੁਰੂ ਸਾਹਿਬ ਦੇ ਨਾਲ ਸੀ। ਬਾਕੀ ਦੇ ਕੁਝ ਕਿਹਾ ਜਾਂਦਾ ਹੈ ਆਪਣੇ ਘਰਾਂ ਵਿੱਚ ਚਲੇ ਗਏ ਤੇ ਕੁਝ ਸਰਸਾ ਦੀ ਭੇਟ ਚੜ ਗਿਆ। ਉਹਨੇ ਸਾਡੀ ਕਮਜ਼ੋਰੀ ਕਹੀ ਹੈ ਕਿ ਅਸੀਂ ਆਪਣਾ ਇਤਿਹਾਸ ਸਾਂਭ ਨਹੀਂ ਸਕਦੇ ਹਾਂ ਤੇ ਇਸ ਵਿੱਚ ਰਲੇ ਪੈ ਹੋਏ ਹਨ। ਇੰਨੀ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जी की फतेह। तो संगत जी, आप जी ने जैसा सुनिया, ਕਲਗੀਧਰ ਪਾਤਸ਼ਾਹ ਨੂੰ ਆਮ ਤੌਰ ਤੇ ਇੱਕ ਯੋਧੇ ਦੀ ਤਰ੍ਹਾਂ ਹੀ ਪੇਸ਼ ਕੀਤਾ ਜਾਂਦਾ। ਉਹ ਆਮ ਯੋਧਾ ਨਹੀਂ ਸਨ, ਯੋਧੇ ਤੇ ਸੀਗੇ, ਪਰੰਤੂ ਇੱਕ ਬਹੁਤ ਜ਼ਬਰਦਸਤ ਰਣਨੀਤੀਕਾਰ, ਜਿਹੜੀ ਯੁੱਧ ਦੀ ਰਣਨੀਤੀ ਹੈ, ਜਿਵੇਂ ਭੈਣ ਜੀ ਨੇ ਉਹਦਾ ਇਸ਼ਾਰਾ ਕੀਤਾ, ਉਹਦੇ ਮੁਤਾਬਕ ਉਹਨਾਂ ਨੇ ਕੀਤਾ। ਔਰ ਇਹੀ ਕਾਰਨ ਹੈ ਵੀ ਇੱਕ ਪਾਸੇ ਬੜੀ ਲਿਮਟਿਡ ਜਿਹੀ ਫੌਜ ਹੈ ਗੁਰੂ ਕਲਗੀਧਰ ਪਾਤਸ਼ਾਹ ਕੋਲ, ਤੇ ਦੂਜੇ ਪਾਸੇ ਮੱਥਾ ਕਿਹਦੇ ਨਾਲ ਲਾਇਆ? ਹਿੰਦੁਸਤਾਨ ਦਾ ਜਿਹੜਾ ਬਾਦਸ਼ਾਹ। ਔਰ ਅੱਜ ਦਾ ਹਿੰਦੁਸਤਾਨ ਨਹੀਂ, ਅੱਜ ਦੇ ਹਿੰਦੁਸਤਾਨ ਜਮਾ ਲੰਕਾ, ਸ੍ਰੀਲੰਕਾ, ਜਮਾ ਬੰਗਲਾਦੇਸ਼, ਜਮਾ ਅਫਗਾਨਿਸਤਾਨ ਤੱਕ, ਜਮਾ ਪਾਕਿਸਤਾਨ, ਮਤਲਬ ਏਡਾ ਵੱਡਾ ਜਿਹੜਾ ਮੁਲਕ ਹੋਵੇ ਉਹਦੇ ਨਾਲ ਮੱਥਾ ਲਾਇਆ ਔਰ ਉਹਨਾਂ ਨੂੰ ਉਹਨਾਂ ਦੇ ਦੰਦ ਕੱਟੇ ਕੀਤੇ। ਅਖੀਰ ਏਡੇ ਵੱਡੇ ਜਿਹੜਾ ਉੱਥੇ ਦਾ ਬਾਦਸ਼ਾਹ ਔਰੰਗਜ਼ੇਬ ਹੈ, ਉਹ ਜ਼ਫਰਨਾਮੇ ਦੇ ਜਵਾਬ ਵਿੱਚ ਜਾਂ ਉਸ ਤੋਂ ਬਾਅਦ ਨਾਲ ਕੀ ਬੀਤਦੀ ਹੈ ਇਤਿਹਾਸ ਸਾਨੂੰ ਪਤਾ। ਸੋ ਇਸ ਕਰਕੇ ਗੁਰੂ ਸਾਹਿਬ ਜਿਹੜੇ ਨੇ ਕਲਗੀਧਰ ਪਾਤਸ਼ਾਹ, ਉਹਨਾਂ ਦੀਆਂ ਜਿਹੜੇ ਚੋਜ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਆਪਾਂ ਕਹਾਂਗੇ ਯੋਗਤਾਵਾਂ ਨੇ, ਉਹ ਤੇ ਗਿਣੀਆਂ ਨਹੀਂ ਜਾ ਸਕਦੀਆਂ। ਇੱਕ ਬਹੁਤ ਵੱਡੇ ਸਾਹਿਤਕਾਰ, ਇੱਕ ਬਹੁਤ ਵੱਡੇ ਯੋਧੇ ਗੁਰੂ ਸਾਹਿਬ ਤੇ ਸੀਗੇ ਹੀ। ਤੇ ਉਸ ਤੋਂ ਇਲਾਵਾ ਉਹਨਾਂ ਦੀਆਂ ਬਾਕੀ ਜਿਹੜੀ ਨੀਤੀਆਂ ਜਿਹੜੀਆਂ ਨੇ ਸਮਾਂ ਮੰਗਦੀਆਂ ਨੇ। ਸਿੰਗਾਏ ਬਗਾਇਆ ਸਾਡੇ ਨਾਲ ਇੱਥੇ ਵਿਦਵਾਨ ਆ ਕੇ ਪੇਸ਼ ਕਰਦੇ ਰਹਿੰਦੇ ਨੇ, ਤੇ ਮੈਂ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ। ਉਹਨਾਂ ਨੇ ਇਸ ਸਾਕੇ ਦੀ ਜਿਹੜੀ ਗੱਲ ਛੋਈ ਹੈ, ਜਿੰਨਾ ਕਿਉਂਕਿ ਸਮਾਂ ਵੀ ਬੜਾ ਸੀਮਤ ਹੁੰਦਾ, ਤੇ ਉਹ ਬੜੇ ਮਤਲਬ ਵੀ ਵਿਚਾਰਨਯੋਗ। ਭੈਣ ਜੀ ਧੰਨਵਾਦ। ਤੇ ਸੰਗਤ ਜੀ ਆਓ, ਅਗਲਾ ਸਵਾਲ ਜਿਹੜਾ ਉਹ ਗੁਰਬਾਣੀ ਨਾਲ ਸੰਬੰਧਿਤ ਹੈ। ਗੁਰਬਾਣੀ ਦੀ ਤੁਕ ਜਿਹੜੀ ਇੱਕ ਅਸੀਂ ਪੜ੍ਹਦੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੰਨਾ 370 ਹੈ, ਉਹਦੇ ਚ 32 ਸੁਲੱਖਣੀ ਸੱਚ ਸੰਤਤ ਪੂਤ। ਇਹਦੇ ਅਰਥ ਦੱਸੋ, ਇਹ ਸਾਡੇ ਕੋਲ ਸਵਾਲ ਆਇਆ, ਤੇ ਇਹਦੇ ਅਰਥ ਦੱਸਣਗੇ ਸਰਦਾਰ ਦਰਬੀਰ ਸਿੰਘ ਜੀ ਕਸ਼ਮੀਰ ਤੋਂ। ਵਾਹਿਗੁਰੂ ਜੀ ਕਾ ਸੱਚ ਸੰਤਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਵੀ ਰਾਜਾ ਸਿੰਘ ਜੀ ਨੇ ਆਪ ਜੀ ਦੇ ਸਾਹਮਣੇ ਗੁਰਬਾਣੀ ਦੀ ਇਹ ਪੰਕਤੀ ਦੱਸੀ ਹੈ ਤੇ ਇਹਦਾ ਅਰਥ ਜਿਹੜਾ ਹੈ ਉਹ ਸਾਨੂੰ ਪੁੱਛਿਆ ਗਿਆ ਹੈ। ਤਾਂ ਸੰਗਤ ਜੀ ਆਓ ਪਹਿਲਾਂ ਸ਼ਬਦ ਜਿਹੜਾ ਹੈ ਇਸ ਨੂੰ ਇੱਕ ਵਾਰ ਪੜ੍ਹ ਲੈਂਦੇ ਹਾਂ, ਤੇ ਉਸ ਤੋਂ ਬਾਅਦ ਇਸ ਪੰਕਤੀ ਨੂੰ ਸਮਝਣ ਵਾਸਤੇ ਰਹਾਉ ਦੀ ਪੰਕਤੀ, ਪਹਿਲੀ ਪੰਕਤੀ ਦੀ ਵਿਚਾਰ ਆਪ ਜੀ ਦੇ ਨਾਲ ਸੰਖੇਪ ਵਿੱਚ ਕਰਾਂਗੇ, ਤਾਂ ਜੋ ਸਾਨੂੰ ਇਹ ਜਿਹੜੇ ਇਸ ਪੰਕਤੀ ਦੇ ਵਿਚਾਰ ਹੈ ਉਹ ਸਾਡੀ ਸਮਝ ਵਿੱਚ ਆ ਸਕੇ। ਸੋ ਇਹ ਸ਼ਬਦ ਜਿਹੜਾ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 370 ਤੇ 71 ਅੰਕ ਤੇ ਸੁਸ਼ੋਭਿਤ ਹੈ। ਤੇ ਆਸਾ ਮਹਿਲਾ ਪੰਜਵਾਂ ਭਾਵ ਪੰਚਮ ਪਾਤਸ਼ਾਹ ਦੇ ਸਿਰਲੇਖ ਜਿਹੜਾ ਉਚਰਿਆ ਹੋਇਆ ਆਸਾ ਰਾਗ ਦੇ ਵਿੱਚ ਇਹ ਸ਼ਬਦ ਗੁਰਬਾਣੀ ਵਿੱਚ ਦਰਜ ਹੈ। ਤੇ ਗੁਰੂ ਸਾਹਿਬ ਫਰਮਾਉਂਦੇ ਨੇ, ਨਿਜ ਭਗਤੀ ਸੀਲਵੰਤੀ ਨਾਰ, ਰੂਪ ਅਨੂਪ ਪੂਰੀ ਆਚਾਰ, ਜਿਤ ਗ੍ਰਹਿ ਵਸੈ ਸੋ ਗ੍ਰਹਿ ਸੋਭਾਵੰਤਾ, ਗੁਰਮੁਖ ਪਾਈ ਕਿਨੈ ਵਿਰਲਾ ਜਨਤਾ। ਸੁਕਰਣੀ ਕਾਮਣ ਗੁਰ ਮਿਲ ਹਮ ਪਾਈ, ਜਜ ਕਾਜ ਪ੍ਰਥਾਏ ਸੁਹਾਈ। ਰਹਾਉ ਜਿਚਰ ਵਸੀ ਪਿਤਾ ਕੈ ਸਾਥ, ਤਿਚਰ ਕੰਤ ਬਹੁ ਫਿਰੈ ਉਦਾਸ। ਕਰ ਸੇਵਾ ਸਤਪੁਰਖ ਮਨਾਇਆ, ਗੁਰ ਆਣੀ ਘਰ ਮੈਂ ਤਾਂ ਸਰਬ ਸੁਖ ਪਾਇਆ। 32 ਸੁਲੱਖਣੀ ਸੱਚ ਸੰਤਤ ਪੂਤ, ਆਗਿਆਕਾਰੀ ਸੁਗੜ ਸਰੂਪ। ਇਛ ਪੂਰੇ ਮਨ ਕੰਤ ਸੁਆਮੀ, ਸਗਲ ਸੰਤੋਖੀ ਦੇਰ ਜੇਠਾਨੀ। ਸਭ ਪਰਿਵਾਰੇ ਮਾਹੇ ਸ੍ਰੇਸ਼ਟ, ਮਤੀ ਦੇਵੀ ਦੇਵਰ ਜੇਸ਼ਟ। ਧਨ ਸੋ ਗ੍ਰਹਿ ਜਿਤ ਪ੍ਰਗਟੀ ਆਇਆ ਆਏ, ਜਨ ਨਾਨਕ ਸੁਖੇ ਸੁਖ ਵਿਹਾਏ। ਤੋ ਗੁਰੂ ਸਾਹਿਬਾਨ ਨੇ ਸਿੱਖ ਦੀ ਸਮੁੱਚੀ ਜੀਵਨ ਜਾਚ ਦਾ
ਆਰੰਭਕ ਰੂਪ ਪ੍ਰਭੂ ਭਗਤੀ ਨੂੰ ਆਖਿਆ ਹੈ, ਜਿਸ ਨੂੰ ਪੂਜਾ, ਬੰਦਗੀ, ਸਿਫਤ ਸਲਾਹ ਜਾਂ ਨਾਮ ਸਿਮਰਨ ਦਾ ਨਾਮ ਵੀ ਦਿੱਤਾ ਜਾਂਦਾ ਹੈ। ਪ੍ਰਭੂ ਦੀ ਪ੍ਰੇਮਾ ਭਗਤੀ ਦੀ ਦਾਤ ਗੁਰੂ ਦੀ ਸ਼ਰਨ ਪਿਆ ਹੀ ਮਿਲਦੀ ਹੈ ਤੇ ਗੁਰਮਤ ਵਿੱਚ ਇਹ ਸਪਸ਼ਟ ਸੰਦੇਸ਼ ਹੈ ਕਿ ਮਨੁੱਖ ਦਾ ਜੀਵਨ ਪ੍ਰਭੂ ਭਗਤੀ ਲਈ ਹੀ ਹੈ, ਜੋ ਅਤਿਅੰਤ ਜ਼ਰੂਰੀ ਹੈ। ਗੁਰੂ ਅਰਜਨ ਸਾਹਿਬ ਜੀ ਦਾ ਫਰਮਾਨ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਇਥੇ ਪ੍ਰਭੂ ਭਗਤੀ ਦੀ ਮਿਹਰ ਪ੍ਰਾਪਤ ਗੁਰੂ ਅਰਜਨ ਸਾਹਿਬ ਜੀ ਇਸ ਸ਼ਬਦ ਦੇ ਵਿੱਚ ਇਸ ਦਾਤ ਨੂੰ ਸ੍ਰੇਸ਼ਟ ਕਰਨੀ ਰੂਪ ਇਸਤਰੀ ਬਿਆਨਦੇ ਹਨ, ਜੋ ਗੁਰੂ ਦੀ ਬਖਸ਼ਿਸ਼ ਸਦਕਾ ਮਿਲਦੀ। ਗੁਰੂ ਜੀ ਇਸ ਸ਼ਬਦ ਦੇ ਮੁੱਖ ਭਾਵ ਰਹਾਉ ਵਾਲੇ ਬੰਦ ਵਿੱਚ, ਜਿਸ ਤਰ੍ਹਾਂ ਦੀ ਆਪ ਜੀ ਨੇ ਸਰਵਣ ਕੀਤਾ ਹੈ, ਬਚਨ ਕਰਦੇ ਹਨ, ਸੁਕਰਣੀ ਕਾਮਣ ਗੁਰ ਮਿਲ ਹਮ ਪਾਈ, ਜਜ ਕਾਜ ਪ੍ਰਥਾਏ ਸੁਹਾਈ। ਸੁਕਰਣੀ ਤੋਂ ਭਾਵ ਹੈ ਸ੍ਰੇਸ਼ਟ ਕਰਨੀ, ਕਾਮਣ ਤੋਂ ਭਾਵ ਇਸਤਰੀ, ਮਿਲ ਤੋਂ ਭਾਵ ਮਿਲ ਕੇ, ਜਜ ਤੋਂ ਭਾਵ ਜਗ ਵਿੱਚ, ਕਾਜ ਤੋਂ ਭਾਵ ਵਿਆਹ ਵਿੱਚ, ਤੇ ਪ੍ਰਥਾਏ ਤੋਂ ਭਾਵ ਹਰ ਥਾਂ। ਤਾਂ ਗੁਰੂ ਜੀ ਸਪਸ਼ਟ ਉਪਦੇਸ਼ ਕਰਦੇ ਹਨ ਕਿ ਉਹਨਾਂ ਨੇ ਉੱਤਮ ਤੇ ਸੋਹਣੇ ਕਰਮਾਂ ਵਾਲੀ ਇਸਤਰੀ ਹਾਸਲ ਕੀਤੀ ਹੈ, ਜੋ ਵਿਆਹ ਸ਼ਾਦੀਆਂ ਵਿੱਚ ਹਰ ਥਾਂ ਸੋਹਣੀ ਲੱਗਦੀ ਹੈ, ਪਰ ਇਹ ਗੁਰੂ ਦੀ ਸ਼ਰਨ ਆਇਆ ਵਿੱਚ ਹੀ ਮਿਲਦੀ ਹੈ। ਸੋ ਇਸ ਨੂੰ ਅੱਗੇ ਸਮਝਣ ਵਾਸਤੇ ਪਹਿਲੀ ਪੰਕਤੀ ਜੋ ਗੁਰੂ ਸਾਹਿਬ ਸਾਨੂੰ ਬਚਨ ਕਰਦੇ ਹਨ, ਨਿਜ ਭਗਤੀ ਸੀਲਵੰਤੀ ਨਾਰ, ਰੂਪ ਅਨੂਪ ਪੂਰੀ ਆਚਾਰ, ਜਿਤ ਗ੍ਰਹਿ ਵਸੈ ਸੋ ਗ੍ਰਹਿ ਸੋਭਾਵੰਤਾ, ਗੁਰਮੁਖ ਪਾਈ ਕਿਨੈ ਵਿਰਲੇ ਜਨਤਾ। ਸੋ ਨਿਜ ਦਾ ਭਾਵ ਹੈ ਤੇ ਆਪਣੇ ਆਪ ਨਾਲ ਆਤਮਾ ਦੇ ਢੰਗ ਆਉਣ ਵਾਲੀ, ਕੰਮ ਆਉਣ ਵਾਲੀ। ਤੇ ਸੀਲ ਤੋਂ ਭਾਵ ਹੈ ਮਿੱਠਾ ਸੁਭਾਅ, ਨਾਰ ਤੋਂ ਭਾਵ ਇਸਤਰੀ, ਅਨੂਪ ਤੋਂ ਭਾਵ ਉਪਮਾ ਰਹਿਤ ਬੇਮਿਸਾਲ, ਆਚਾਰ ਤੋਂ ਭਾਵ ਆਚਾਰ ਵਿੱਚ, ਆਚਰਨ ਵਾਲੀ ਵਿੱਚ, ਜਿਤ ਤੋਂ ਭਾਵ ਹੈ ਜਿਸ ਵਿੱਚ, ਗ੍ਰਹਿ ਤੋਂ ਭਾਵ ਹੈ ਹਿਰਦੇ ਘਰ ਵਿੱਚ, ਤੇ ਗੁਰਮੁਖ ਤੋਂ ਭਾਵ ਹੈ ਗੁਰੂ ਦੀ ਸ਼ਰਨ ਪੈ। ਸੋ ਗੁਰੂ ਸਾਹਿਬ ਇੱਥੇ ਬਚਨ ਕਰਦੇ ਹਨ ਪਹਿਲੇ ਬੰਦ ਦੇ ਵਿੱਚ ਕਿ ਆਤਮਾ ਦੇ ਕੰਮ ਆਉਣ ਵਾਲੀ ਪਰਮਾਤਮਾ ਦੀ ਭਗਤੀ ਮਾਨੋ ਮਿੱਠੇ ਸੁਭਾਅ ਵਾਲੀ ਇਸਤਰੀ ਹੈ, ਜੋ ਰੂਪ ਵਿੱਚ ਬੇਮਿਸਾਲ ਹੈ, ਜੋ ਆਚਰਨ ਵਿੱਚ ਮੁਕੰਮਲ ਹੈ, ਤੇ ਜਿਸ ਹਿਰਦੇ ਘਰ ਵਿੱਚ ਇਹ ਇਸਤਰੀ ਵਸਦੀ ਹੈ, ਉਹ ਘਰ ਸ਼ੋਭਾ ਵਾਲਾ ਬਣ ਜਾਂਦਾ ਹੈ। ਪਰ ਕਿਸੇ ਵਿਰਲੇ ਜੀਵ ਨੇ ਹੀ ਗੁਰੂ ਦੀ ਸ਼ਰਨ ਵਿੱਚ ਪੈ ਕੇ ਇਹ ਇਸਤਰੀ ਜਿਹੜੀ ਹੈ ਉਹ ਪ੍ਰਾਪਤ ਕੀਤੀ। ਤਾਂ ਹੁਣ ਅੱਜ ਦਾ ਜਿਹੜਾ ਸ਼ਬਦ ਜਿਹੜਾ ਬੰਦ ਸਾਨੂੰ ਪੁੱਛਿਆ ਗਿਆ ਹੈ, ਇਸ ਵਿੱਚ ਗੁਰੂ ਸਾਹਿਬ ਬਚਨ ਕਰਦੇ ਹਨ, ਬੱਤੀ ਸੁਲੱਖਣੀ ਸੱਚ ਸੰਤਤ ਪੂਤ, ਆਗਿਆਕਾਰੀ ਸੁਗੜ ਸਰੂਪ, ਇਛ ਪੂਰੇ ਮਨ ਕੰਤ ਸੁਆਮੀ, ਸਗਲ ਸੰਤੋਖੀ ਦੇਰ ਜਠਾਨੀ। ਜਿਆਦਾ ਦੀ ਸ਼ਬਦਾਰਥ ਦੀ ਗੱਲ ਕਰਦੇ ਹਾਂ। 32 ਤੋਂ ਭਾਵ 32 ਹੈ। 32 ਸੁਲੱਖਣੀ ਭਾਵ 32 ਚੰਗੇ ਲੱਛਣਾਂ ਵਾਲੀ, ਜਿਵੇਂ ਲੱਜਾ, ਨਿਮਰਤਾ, ਦਇਆ, ਪਿਆਰ ਆਦਿਕ ਜਿਹੜੇ ਸ੍ਰੇਸ਼ਟ ਗੁਣ ਮੰਨੇ ਜਾਂਦੇ ਹਨ। ਤੇ ਸੱਚ ਤੋਂ ਭਾਵ ਹੈ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਂ। ਸੰਤਤ ਤੋਂ ਭਾਵ ਹੈ ਸੰਤਾਨ। ਸੁਗੜ ਤੋਂ ਭਾਵ ਹੈ ਸੁਚੱਜੀ। ਸਰੂਪ ਤੋਂ ਭਾਵ ਹੈ ਸੁੰਦਰ। ਇੱਛ ਮਨ ਕੰਤ ਭਾਵ ਕੰਤ ਦੇ ਮਨ ਦੀ ਇੱਛਾ। ਸੰਤੋਖੀ ਤੋਂ ਭਾਵ ਹੈ ਸੰਤੋਖ ਦੇਂਦੀ ਹੈ। ਦੇਰ ਜੇਠਾਨੀ ਇੱਥੇ ਆਸ਼ਾ ਤੇ ਤ੍ਰਿਸ਼ਨਾ ਦੇ ਵਾਸਤੇ ਵਰਤੇ ਗਏ। ਸੋ ਇਸ ਸ਼ਬਦ ਦੇ ਜਦ ਅਸੀਂ ਸ਼ਬਦਾਰਥ ਦੇਖਦੇ ਹਾਂ ਤੇ ਗੁਰੂ ਸਾਹਿਬ ਬਚਨ ਕਰਦੇ ਹਨ ਕਿ ਇਹ ਭਗਤੀ ਰੂਪ ਇਸਤਰੀ ਦਇਆ, ਨਿਮਰਤਾ, ਲਜਾ ਆਦਿ ਗੁਣਾਂ ਵਾਲੀ 32 ਸੋਹਣੇ ਲੱਛਣਾਂ ਵਾਲੀ ਹੈ। ਸਦਾ ਸਥਿਰ ਪਰਮਾਤਮਾ ਦਾ ਨਾਮ ਇਸ ਦੀ ਸੰਤਾਨ ਹੈ, ਪੁੱਤਰ ਹਨ। ਤੇ ਇਹ ਇਸਤਰੀ ਆਗਿਆ ਵਿੱਚ ਤੁਰਨ ਵਾਲੀ ਹੈ, ਸੋਹਣੇ ਰੂਪ ਵਾਲੀ ਹੈ। ਜੀਵ ਕੰਤ ਖਸਮ ਦੀ ਹਰੇਕ ਇੱਛਾ ਇਹ ਪੂਰੀ ਕਰਦੀ ਹੈ। ਤੇ ਦਰਾਣੀ ਜਠਾਣੀ ਭਾਵ ਆਸਾ ਤ੍ਰਿਸ਼ਨਾ ਆਦਿ ਨੂੰ ਹਰ ਤਰ੍ਹਾਂ ਇਹ ਸੰਤੋਖ ਦਿੰਦੀ ਹੈ, ਭਾਵ ਸ਼ਾਂਤ ਰੱਖਦੀ। ਸੋ ਸੰਗਤ ਜੀ, ਸਤਿਗੁਰੂ ਇੱਥੇ ਉਪਦੇਸ਼ ਕਰਦੇ ਹਨ ਕਿ ਪਰਮਾਤਮਾ ਦੀ ਭਗਤੀ ਰੂਪ ਇਸਤਰੀ ਮਿੱਠੇ ਸੁਭਾਅ ਵਾਲੀ, ਚੰਗੇ ਆਚਰਨ ਵਾਲੀ, ਤੇ ਇਹ ਦਾਤ ਗੁਰੂ ਤੋਂ ਪ੍ਰਾਪਤ ਹੁੰਦੀ ਹੈ, ਭਾਵ ਪ੍ਰਭੂ ਦੀ ਵਡਿਆਈ ਕਰਨ ਨਾਲ ਇਹ ਗੁਣ ਪੈਦਾ ਹੁੰਦੇ ਹਨ। 32 ਸੁਲੱਖਣੀ ਜਿਹੜੇ ਸ਼ਬਦ ਇੱਥੇ ਵਰਤੇ ਗਏ ਹਨ, ਇਹ ਸੰਕੇਤਕ ਸ਼ਬਦਾਵਲੀ ਹੈ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਸੇ ਸੰਕੇਤਕ ਸ਼ਬਦਾਵਲੀ ਸਾਨੂੰ ਬਹੁਤ ਥਾਵਾਂ ਤੇ ਮਿਲਦੀ ਹੈ, ਜਿਵੇਂ 36 ਅੰਮ੍ਰਿਤ। ਉਹਦਾ ਭਾਵ ਇਹ ਨਹੀਂ ਕਿ 36 ਪ੍ਰਕਾਰ ਦੇ ਭੋਜਨ ਭਾਵ, ਪਰ ਉੱਥੇ ਸਵਾਦਿਸ਼ਟ ਭੋਜਨਾਂ ਦੀ, ਬੇਮਿਸਾਲ ਸਵਾਦਿਸ਼ਟ ਭੋਜਨਾਂ ਦੀ ਗੱਲ ਕੀਤੀ ਗਈ ਹੈ। ਇਸੇ ਤਰ੍ਹਾਂ 84 ਲੱਖ ਜੋਨ ਦੀ ਗੱਲ ਕੀਤੀ ਗਈ ਹੈ। ਇਹ ਜ਼ਰੂਰੀ ਨਹੀਂ ਕਿ ਕੁੱਲ 84 ਲੱਖ ਜੋਨਾਂ ਹਨ, ਅਨੇਕਾਂ ਹੀ ਜੋਨਾਂ ਦਾ ਵਰਣਨ ਜਿਹੜਾ ਹੈ ਉਹ ਮਿਲਦਾ ਹੈ, ਕੋਈ ਗਿਣਤੀ ਮਿੰਤੀ ਦਾ ਚੱਕਰ ਨਹੀਂ ਹੈ। ਇਸੇ ਤਰ੍ਹਾਂ ਦੀ 32 ਗੁਣ ਜਿਹੜੇ ਨੇ, ਇਹ ਕੇਵਲ 32 ਗੁਣਾਂ ਦੀ ਗੱਲ ਨਹੀਂ ਕੀਤੀ ਗਈ ਹੈ,
ਸਗੋਂ ਸਤਿਗੁਰੂ ਜੀ ਸਰਬ ਗੁਣਾ ਸੰਪੂਰਨ ਭਗਤੀ ਦੇ ਖਜ਼ਾਨੇ ਲਈ ਇਹ ਸ਼ਬਦ ਜਿਹੜੇ ਹਨ ਇਹ ਇਸਤੇਮਾਲ ਕੀਤੇ ਹਨ। ਤੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਸ ਖਜ਼ਾਨੇ ਦੀ ਪ੍ਰਾਪਤੀ ਨਾਲ ਜੀਵ ਇਸਤਰੀ 32 ਸੁਲੱਖਣੀ ਬਣ ਜਾਂਦੀ ਹੈ। ਜੇ ਆਪਾਂ ਅੰਦਰ ਜਿਹੜੀ ਕਿ ਆਪਣੇ ਅੰਦਰ ਆਸ਼ਾ ਤ੍ਰਿਸ਼ਨਾ ਨੂੰ ਸ਼ਾਂਤ ਕਰ ਲੈਣ ਦੇ ਸਮਰੱਥ ਹੁੰਦੀ ਹੈ, ਜਿਸ ਦੇ ਗਿਆਨ ਇੰਦਰੇ ਵਸ ਆ ਜਾਂਦੇ ਹਨ, ਭਗਤੀ ਰੂਪ ਇਸਤਰੀ ਜਿਸ ਦੇ ਹਿਰਦੇ ਘਰ ਵਿੱਚ ਆਉਂਦੀ ਹੈ, ਉਸ ਦੀ ਸਾਰੀ ਉਮਰ ਸੁਖ ਤੇ ਆਨੰਦ ਭਰਪੂਰ ਹੋ ਜਾਂਦੀ। ਸੋ ਜੇ ਗੁਰਬਾਣੀ ਦੇ ਇਹਨਾਂ ਬਚਨਾਂ ਵਿੱਚੋਂ ਦੱਸੇ ਨੇਕ ਗੁਣਾਂ ਵਾਲੀ ਭਗਤੀ ਰੂਪੀ ਇਸਤਰੀ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਤਾ ਜਾਏ, ਵਸਾ ਦਿੱਤਾ ਜਾਏ, ਤਾਂ ਨਿਰਸੰਦੇਹ ਇੱਕ ਚੰਗੇ ਮਨੁੱਖ ਦੀ ਘਾਲਤ ਘੜੀ ਗਈ ਗੁਰਬਾਣੀ ਵਿੱਚੋਂ ਸਾਨੂੰ ਪ੍ਰਗਟ ਹੁੰਦੀ ਹੈ। ਗੁਰਬਾਣੀ ਉਪਦੇਸ਼ ਮਨੁੱਖਤਾ ਲਈ ਸਾਂਝਾ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਉਪਦੇਸ਼ ਕੇਵਲ ਬੀਬੀਆਂ ਲਈ ਹੈ ਜਾਂ ਕੇਵਲ ਪੁਰਸ਼ਾਂ ਤੇ ਲਾਗੂ ਨਹੀਂ ਹੁੰਦਾ। ਗੁਰਬਾਣੀ ਉਪਦੇਸ਼ ਤਾਂ ਸਾਰਿਆਂ ਲਈ ਸਾਂਝਾ ਹੈ। ਸੋ ਗੁਰਬਾਣੀ ਦੇ ਵਿੱਚ ਤਾਂ ਪਤੀ ਕੇਵਲ ਇੱਕ ਪਰਮਾਤਮਾ ਨੂੰ ਆਖਿਆ ਗਿਆ ਹੈ ਤੇ ਬਾਕੀ ਸਾਰੇ ਜੀਵ ਜਿਹੜੀਆਂ ਉਸ ਦੀਆਂ ਇਸਤਰੀਆਂ ਹਨ। ਜਿਸ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ, ਇਸ ਜਗ ਮੈਂ ਪੁਰਖ ਏਕ ਹੈ ਹੋਰ ਸਭ ਨਾਰ ਸਬਾਈ, ਸ਼ਲੋਕ ਮਹਿਲਾ 3 ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਫਰਮਾਇਆ। तो संगत जी इस्त्री रूप गुणा दी तां केवल मिसाल दी गई है, उपदेश तां जीव इस्त्री लई ही इस शब्द दे विच भी है ते इन्हां ਜਿਹੜੇ ਪਦਿਆਂ ਦੇ ਵਿੱਚ ਹੈ ਇਹ ਦਿੱਤਾ ਗਿਆ ਹੈ। ਕਈ ਥਾਵਾਂ ਤੇ ਹੋਰ ਵੀ ਗੁਰਬਾਣੀ ਦੇ ਵਿੱਚ ਭਗਤੀ ਰੂਪ ਇਸਤਰੀ ਦੇ ਗੁਣਾਂ ਦੀ ਯਾਚਨਾ ਜਿਹੜੀ ਹੈ ਉਹ ਸਾਨੂੰ ਵੇਖਣ ਨੂੰ ਮਿਲਦੀ ਹੈ। ਜਿਵੇਂ ਗੁਰੂ ਸਾਹਿਬ ਫਰਮਾਉਂਦੇ ਨੇ, ਨਿਵਣ ਸੋ ਅੱਖਰ ਖਵਣ ਗੁਣ ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸੇ ਆਵੀ ਕੰਤ। ਸੋ ਸਪਸ਼ਟ ਹੈ ਕਿ ਗੁਰਬਾਣੀ ਦੇ ਵਿੱਚ ਜਿਹੜੇ ਭਗਤੀ ਰੂਪ ਗੁਣਾਂ ਦਾ ਖਜ਼ਾਨਾ ਹੈ, ਭਗਤੀ ਰੂਪ ਇਸਤਰੀ ਦੀ ਗੱਲ ਕੀਤੀ ਗਈ ਹੈ, ਉਹ ਇਹਨਾਂ ਸ਼ਬਦਾਂ ਦੇ ਵਿੱਚ ਵੀ 32 ਸੁਲੱਖਣੀ ਦੇ ਵਿੱਚ ਵੀ ਇਹਨਾਂ ਗੁਣਾਂ ਦੇ ਵਿੱਚ ਵੀ ਉਸ ਨੂੰ ਬਿਆਨਿਆ ਗਿਆ ਹੈ। ਇਹ ਕਿਸੇ ਵਿਸ਼ੇਸ਼ ਇਸਤਰੀ ਦੇ ਵਾਸਤੇ ਜਾਂ ਪੁਰਸ਼ਾਂ ਦੇ ਵਾਸਤੇ ਗੱਲ ਨਹੀਂ ਹੈ, ਬਲਕਿ ਸਭੋਂ ਗੁਰਬਾਣੀ ਜਿਹੜੀ ਹੈ ਸਗਲੇ ਸਾਂਝੀ ਸਗਲ ਜਹਾਨੇ ਹੈ, ਇਹ ਸਾਰਿਆਂ ਵਾਸਤੇ ਉਪਦੇਸ਼ ਜਿਹੜਾ ਲਾਗੂ ਹੁੰਦਾ ਹੈ। ਸੋ ਆਸ ਹੈ ਜਿਸ ਵੀਰ ਨੇ ਇਹ ਜਿਹੜੇ ਸਵਾਲ ਕੀਤਾ ਹੋਵੇਗਾ ਉਹਨਾਂ ਨੂੰ ਜਵਾਬ ਜਿਹੜਾ ਮਿਲਿਆ ਹੋਵੇਗਾ। ਫਿਰ ਵੀ ਸੰਗਤ ਜੀ ਕੋਈ ਗੁਰਬਾਣੀ ਜਿਹੜੀ ਹੈ ਜਦ ਅਸੀਂ ਇਸਨੂੰ ਖੋਲ੍ਹਦੇ ਹਾਂ ਤੇ ਅਥਾਹ ਸਮੁੰਦਰ ਹੈ ਤੇ ਇਸ ਦੇ ਵਿੱਚੋਂ ਕਈ ਅਰਥ ਜਿਹੜੇ ਨੇ ਹੋਰ ਵੀ ਸਮਝ ਆ ਜਾਂਦੇ ਨੇ ਤੇ ਇਹ ਸਿਲਸਿਲਾ ਜਿਹੜਾ ਹੈ ਇਹ ਬਹੁਤ ਅਮੁੱਕ ਸਿਲਸਿਲਾ ਹੈ ਤੇ ਜੇ ਹੋਰ ਵੀ ਆਪ ਜੀ ਇਸ ਤੇ ਚਾਨਣਾ ਪਾਉਣਾ ਚਾਹੋ ਤੇ ਜ਼ਰੂਰ ਪਾ ਸਕਦੇ ਹੋ। ਸੋ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਇੰਦਰਬੀਰ ਸਿੰਘ ਜੀ। ਆਪ ਜੀ ਨੇ 32 ਕੀ ਹੈ ਤੇ ਕਿਆ ਇਹ ਉਸ ਇਸਤਰੀ ਲਈ ਹੈ ਜਾਂ ਕੀ ਹੈ, ਸਾਰੀਆਂ ਗੱਲਾਂ ਬੜੀਆਂ ਖੋਲ ਕੇ ਸਾਨੂੰ ਦੱਸੀਆਂ ਨੇ। ਸੰਗਤ ਜੀ ਮੈਂ ਬੇਨਤੀ ਕਰਦੇ ਹਾਂ ਕਿ ਗੁਰਬਾਣੀ ਨੂੰ ਪੜ੍ਹਨ ਲੱਗਿਆਂ ਕੇਵਲ ਜਿਹੜੇ ਲਫ਼ਜ਼ੀ ਅਰਥ ਨੇ ਉਹ ਜ਼ਰੂਰੀ ਤੇ ਹੈਗੇ, ਲਫ਼ਜ਼ੀ ਅਰਥ ਪਤਾ ਹੋਣ, ਪਰੰਤੂ ਗੁਰਬਾਣੀ ਦੀ ਪੂਰਨ ਭਾਵ ਸਮਝਣ ਲਈ ਸਾਨੂੰ ਅਰਥ ਭਾਵ ਵੱਲ ਸਮਝਣਾ ਜ਼ਰੂਰੀ, ਜਿਵੇਂ ਜੀ ਅੱਜ ਗੱਲ ਦੱਸੀ। ਸੋ ਅਰਥ ਭਾਵ ਬੜੇ ਜ਼ਰੂਰੀ ਨੇ। ਪਰ ਤੁਸੀਂ ਵੀ ਦੇਖਿਆ ਹੋਣਾ ਕਿ ਖਾਸ ਕਰਕੇ ਜਿਸ ਵੇਲੇ ਇੰਗਲਿਸ਼ ਟਰਾਂਸਲੇਸ਼ਨ ਆਪਾਂ ਦੇਖਦੇ ਹਾਂ ਉਹਦੇ ਚ ਬਹੁਤ ਸਾਰੀਆਂ ਟਰਾਂਸਲੇਸ਼ਨ ਜਿਹੜੀਆਂ ਨੇ ਉਹ ਉਹਨਾਂ ਨੇ ਕੇਵਲ ਉਹਨਾਂ ਦੇ ਲਫ਼ਜ਼ੀ ਅਰਥ ਜਿਹੜੇ ਨੇ ਉਹ ਡਿਕਸ਼ਨਰੀ ਮੀਨਿੰਗ ਕਰ ਦਿੱਤੇ, ਜਿਹਨਾਂ ਨਾਲ ਗੱਲ ਨਹੀਂ ਬਣਦੀ। ਤੇ ਆਪਾਂ ਦੇਖਦੇ ਟੈਲੀਵਿਜ਼ਨ ਤੇ ਕੀਰਤਨ ਆਉਂਦਾ ਥੱਲੇ ਜਿਹੜੀਆਂ ਉਹਦੀ ਨਾਲ ਵਰਡਿੰਗ ਇੰਗਲਿਸ਼ ਦੀ ਆਉਂਦੀ ਹੈ, ਉਹਦੇ ਵਿੱਚ ਤੁਸੀਂ ਦੇਖੋ ਮਤਲਬ ਜਿੱਥੇ ਅਗਰ 32 ਸੁਲੱਖਣੀ ਦਾ ਉਹਦੇ 32 ਲਿਖਿਆ, ਹਾਲਾਂਕਿ ਵੀਰ ਜੀ ਨੇ ਦੱਸਿਆ 32 ਡਜ਼ਨਟ ਮੀਨ ਕਿ 32 ਅੰਕ ਹੈਗਾ। ਇਹ ਤਾਂ ਇੱਕ ਫਰੇਜ਼ ਮੁਹਾਵਰਾ ਬਣਿਆ। ਕੋਈ ਵੀ ਮੁਹਾਵਰੇ ਜਿਹੜੇ ਨੇ ਉਸ ਬੋਲੀ ਦੇ ਗਹਿਣੇ ਹੁੰਦੇ ਨੇ। ਤਾਂ ਸਾਨੂੰ ਗੁਰਬਾਣੀ ਨੂੰ ਸਮਝਣ ਲਈ ਜਿੱਥੇ ਡਿਕਸ਼ਨਰੀ ਅਰਥ ਚਾਹੀਦੇ ਨੇ ਉੱਥੇ ਗੁਰਬਾਣੀ ਦੇ ਡੂੰਘੇ ਭਾਵ ਸਮਝਣੇ ਬੜੇ ਜ਼ਰੂਰੀ ਨੇ। ਡਾਕਟਰ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬਹੁਤ ਮਤਲਬ ਵੀ ਉਦਮ ਕੀਤਾ, ਜਿਹੜਾ ਉਹਨਾਂ ਨੇ ਦਰਪਣ ਤਿਆਰ ਕੀਤਾ ਉਹਦੇ ਭਾਵ ਅਰਥ ਹਨ। ਬਾਕੀ ਵੀ ਕਈ ਟੀਕਾਕਾਰਨ ਕੀਤੇ ਨੇ। ਤਾਂ ਮੇਰੀ ਸਿਰਫ ਬੇਨਤੀ ਹੈ ਕਿ ਆਪਾਂ ਜਦ ਵੀ ਸਹਿਜ ਪਾਠ ਕਰੀਏ ਉੱਥੇ ਸਾਨੂੰ ਅਰਥ ਭਾਵ ਦਾ ਸਾਹਮਣੇ ਰੱਖਣਾ ਬੜਾ ਜ਼ਰੂਰੀ ਹੈ। ਇੱਕ ਵਾਰੀ ਵੀਰ ਜੀ ਦਾ ਫਿਰ ਧੰਨਵਾਦ। ਆਓ ਅਗਲਾ ਸਵਾਲ ਜਿਹੜਾ ਉਹ ਵੀ ਗੁਰਬਾਣੀ ਨੂੰ ਪਾਠ ਕਰਨ ਨਾਲ ਸੰਬੰਧਿਤ ਹੈ। ਸੰਗਤ ਜੀ ਜਿਸ ਵੇਲੇ ਆਪਾਂ ਸਹਿਜ ਪਾਠ ਕਰਦੇ ਹਾਂ ਤੇ ਕਈ ਥਾਂ ਤੇ ਇਹ ਦੇਖਿਆ ਕਿ ਜਿਸ ਵੇਲੇ ਸਿਰਲੇਖ ਹੁੰਦਾ ਜਿਵੇਂ ਗੌੜੀ ਪੂਰਬੀ ਮਹਿਲਾ ਚੌਥਾ ਤੇ ਉੱਥੇ ਥੱਲੇ ਲਟਕਵੇਂ ਅੰਕ ਹੁੰਦੇ ਨੇ 1 2 3 ਲਾਈਕ ਦੈਟ। ਤੋ ਸਵਾਲ ਕਰਤਾ ਨੂੰ ਪਿੱਛੇ ਜਿਹੜੇ ਲਟਕਵੇਂ ਅੰਕ ਨੇ ਇਹ ਕੀ ਹੁੰਦੇ ਨੇ? ਹਾਂਜੀ, ਤੇ ਸਵਾਲ ਸਾਨੂੰ ਪਾਇਆ ਸੀ ਸਾਹਿਬ ਫੂਲਾ ਸਿੰਘ ਜੀ ਨੇ, ਜਿਹੜੇ ਰੋਜ਼ਾਨਾ ਹਾਜ਼ਰੀ ਵੀ ਭਰਦੇ ਨੇ ਸੰਗਤ ਚ ਔਰ ਉਹਨਾਂ ਦੇ ਵਿਚਾਰ ਵੀ ਸੁਣਦੇ ਆ, ਬੜੇ ਕੀਮਤੀ ਵਿਚਾਰ ਹੁੰਦੇ ਨੇ। ਤੇ ਇਹ ਉਹਨਾਂ ਨੇ ਕਲੀਅਰ ਕਰਨ ਲਈ ਆਖਿਆ। ਮੈਂ ਬੇਨਤੀ ਕਰਾਂ ਸੱਜਗੀਰ ਸਿੰਘ ਜੀ ਕਿਰਪਾ ਕਰੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਵਾਲ ਹੈ ਜੀ 332 ਅੰਕ ਉੱਤੇ ਸਿਰਲੇਖ ਗੌੜੀ ਬੈਰਾਗਨ ਥੱਲੇ ਛੋਟਾ ਅੰਕ ਕਿਸ ਤਰ੍ਹਾਂ ਉਚਾਰਨ ਕੀਤਾ ਜਾਵੇ। ਗੁਰਬਾਣੀ ਵਿੱਚ 204 ਅੰਕ ਤੋਂ ਲੈ ਕੇ 393 ਅੰਕ ਤੱਕ ਸਿਰਲੇਖਾਂ ਹੇਠ ਛੋਟੇ ਅੰਕ 37 ਵਾਰ ਆਏ ਹਨ। ਇਹ ਦੋ ਪ੍ਰਕਾਰ ਦੇ ਹੁੰਦੇ ਹਨ। ਇੱਕ ਉਹ ਅੰਕ ਹੁੰਦੇ ਹਨ ਜੋ ਰਾਗਾਂ ਦੇ ਹੇਠ ਲਿਖੇ ਜਾਂਦੇ ਹਨ। ਦੂਜੇ ਉਹ ਹੁੰਦੇ ਹਨ ਜੋ ਦੁੱਪਦੇ, ਤਿੱਪਦੇ, ਚੌਪਦੇ ਜਾਂ ਪੰਚਪਦੇ ਸ਼ਬਦਾਂ ਦੇ ਹੇਠ ਲਿਖੇ ਹੁੰਦੇ ਹਨ। ਇਹਨਾਂ ਸਾਰੇ ਅੰਕਾਂ ਨੂੰ ਲਟਕਵੇਂ ਅੰਕ ਵੀ ਕਿਹਾ ਜਾਂਦਾ ਹੈ। ਜੋ ਲਟਕਵੇਂ ਅੰਕ ਰਾਗਾਂ ਹੇਠ ਹੁੰਦੇ ਹਨ ਉਹਨਾਂ ਦਾ ਅਰਥ ਹੁੰਦਾ ਹੈ ਘਰ ਪਹਿਲਾ ਜਾਂ ਘਰ ਦੂਜਾ, ਘਰ ਤੀਜਾ ਆਦਿ। ਇਹ ਲਟਕਵੇਂ ਅੰਕਾਂ ਦਾ ਉਚਾਰਨ ਨਹੀਂ ਕੀਤਾ ਜਾਂਦਾ। ਜਿਵੇਂ ਰਾਗ ਗੌੜੀ ਪੂਰਵੀ ਮਹਿਲਾ ਪੰਜਵਾਂ, ਕਿਨ ਵਿਦ ਮਿਲੇ ਗੁਸਾਈ ਮੇਰੇ RAM ਰਾਏ, ਅੰਕ 204। ਇੱਥੇ ਰਾਗ ਗੌੜੀ ਪੂਰਵੀ ਦੇ ਥੱਲੇ ਛੋਟਾ ਅੰਕ 1 ਲਿਖਿਆ ਹੋਇਆ ਜੀ। ਅੱਗੇ ਹੈ ਜੀ ਗੌੜੀ ਮਹਿਲਾ ਪੰਜਵਾਂ। ਇੱਥੇ ਗੌੜੀ ਦੇ ਰਾੜੇ ਦੇ ਥੱਲੇ 2 ਨਿੱਕਾ ਜਿਹਾ ਅੰਕ ਪਾਇਆ ਹੋਇਆ, ਔਦ ਘਟੇ ਦਿਨਸ ਰਹਿਨਾਰੇ, ਅੰਕ ਹੈ ਜੀ 205। ਤੀਜਾ ਹੈ ਜੀ ਗੌੜੀ ਮਹਿਲਾ ਪੰਜਵਾਂ, ਸੋਲ ਸੋਲ ਰੇ ਵਿਖਿਆ ਕੇ ਰਸੂਆ, ਅੰਕ ਹੈ 206। ਇੱਥੇ ਵੀ ਗੌੜੀ ਦੇ ਵਿੱਚ ਥੱਲੇ 3 ਅੰਕ ਲਿਖਿਆ ਹੋਇਆ ਜੀ। ਅੱਗੇ ਚੌਥੀ ਐਗਜ਼ਾਮਪਲ ਹੋਰ ਹੈ ਜੀ ਰਾਗ ਗੌੜੀ ਪੂਰਵੀ ਮਹਿਲਾ ਪੰਜਵਾਂ, ਹਰ ਹਰ ਕਬੂ ਨਾ ਮਨੋ ਵਿਸਾਰੇ, ਅੰਕ ਹੈ 210। ਇਹ ਗੌੜੀ ਦੇ ਥੱਲੇ 6 ਅੰਕ ਛੋਟਾ ਜਿਹਾ ਕਰਕੇ ਲਿਖਿਆ ਹੋਇਆ। ਪੰਜਵਾਂ ਇੱਕ ਐਗਜ਼ਾਮਪਲ ਹੋਰ ਲੈ ਲੈਂਦੇ ਹਾਂ ਜੀ ਆਪਾਂ, ਰਾਗ ਗੌੜੀ ਬੈਰਾਗਨ ਕਬੀਰ ਜੀ, ਜੀਵਤ ਪਿੱਤਰ ਨਾ ਮਾਨੈ ਕੋ, ਅੰਕ ਹੈ 332। ਇਹੀ ਸਵਾਲ ਹੈਗਾ ਜਾਂ ਪਾਇਆ ਹੈਗਾ ਜੀ। ਇਹਦੇ ਵਿੱਚ ਬੈਰਾਗਨ ਦੇ ਥੱਲੇ 1 ਲਿਖਿਆ ਹੋਇਆ। ਉੱਪਰ ਲਿਖੇ ਸਿਰਲੇਖਾਂ ਵਿੱਚ ਅੰਕ 1, 2, 3, 6 ਤੇ 1 ਰਾਗ ਦੇ ਹੇਠਾਂ ਛੋਟਾ ਕਰਕੇ ਲਿਖਿਆ ਹੈ। ਇਸ ਦਾ ਅਰਥ ਹੈ ਘਰ ਪਹਿਲਾ, ਦੂਜਾ, ਤੀਜਾ, ਛੇਵਾਂ ਤੇ ਪਹਿਲਾ, ਪਰ ਉਚਾਰਨ ਨਹੀਂ ਕਰਨਾ। ਦੂਜੀ ਕਿਸਮ ਦੇ ਉਹ ਲਟਕਵੇਂ ਅੰਕ ਹਨ ਜੋ ਦੁੱਪਦੇ, ਤਿੱਪਦੇ, ਚੌਪਦੇ ਜਾਂ ਪੰਚਪਦੇ ਸ਼ਬਦਾਂ ਦੇ ਹੇਠ ਲਿਖੇ ਹੁੰਦੇ ਹਨ। ਜਿਵੇਂ ਗੌੜੀ ਕਬੀਰ ਜੀ ਪੰਚਪਦੇ। ਹੁਣ ਪੰਚਪਦੇ ਉਹ ਸ਼ਬਦ ਜਿਹੜੇ ਜਿਹਦੇ 5 ਪਦੇ ਹੋਣ। ਇਹ ਪੰਚਪਦੇ ਦੇ ਥੱਲੇ 2 ਲਿਖਿਆ ਹੋਇਆ, ਗੌੜੀ ਕਬੀਰ ਜੀ ਪੰਚਪਦੇ, ਜਿਉਂ ਜਲ ਛੋੜ ਬਾਹਰ ਭਿਓ ਮੀਨਾ, ਅੰਕ ਹੈ 326। ਇਹ ਪੰਚਪਦੇ ਦੇ ਥੱਲੇ 2 ਲਿਖਿਆ ਹੋਇਆ ਜੀ। ਦੂਜੀ ਐਗਜ਼ਾਮਪਲ ਹੈ ਜੀ ਗੌੜੀ ਕਬੀਰ ਜੀ ਤਿੱਪਦੇ 4 ਤੁਕੇ, ਜਮਤੇ ਉਲਟ ਪਏ ਹੈ RAM, ਅੰਕ ਹੈ 326। ਇਹ 4 ਤੁਕੇ ਦੇ ਥੱਲੇ 2 ਲਿਖਿਆ ਹੋਇਆ, ਛੋਟਾ ਬਰੀਕ ਅੰਕ ਲਿਖਿਆ ਹੋਇਆ ਜੀ। ਗੌੜੀ ਬੈਰਾਗਨ ਤਿੱਪਦੇ 3, ਤਿੱਪਦੇ ਦੇ ਥੱਲੇ ਛੋਟਾ ਜਿਹਾ ਅੱਖਰ 3 ਲਿਖਿਆ ਹੋਇਆ, ਉਲਟ ਪਵਨ ਚੱਕਰ ਖੱਟ ਭੇਦੇ, ਅੰਕ ਹੈ ਜੀ 333। ਆਸਾ ਮਹਿਲਾ ਪਹਿਲਾ ਪੰਚਪਦੇ ਥੱਲੇ ਲਿਖਿਆ ਜੀ, ਪੰਚਪਦੇ ਦੇ ਥੱਲੇ 6, ਦੁੱਧ ਬਨ ਤੇਨ ਪੰਖ ਬਿਨ ਪੰਖੀ, ਅੰਕ ਹੈ ਜੀ 354। ਇੱਕ ਐਗਜ਼ਾਮਪਲ ਹੋਰ ਲੈ ਲੈਂਦੇ ਹਾਂ ਜੀ ਆਸਾ ਮਹਿਲਾ ਪਹਿਲਾ ਚੌਪਦੇ। ਹੁਣ ਇਸੇ ਚੌਪਦੇ ਦੇ ਥੱਲੇ 4 ਲਿਖਿਆ ਹੋਇਆ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਅੰਕ ਹੈ ਜੀ 556। ਉੱਪਰ ਲਿਖੇ ਸਿਰਲੇਖਾਂ ਵਿੱਚ ਲਟਕਵੇਂ ਅੰਕ 2, ਫਿਰ 2, ਫਿਰ 3, ਫਿਰ 6, ਫਿਰ 4, ਪੰਚਪਦੇ, 4 ਤੁਕੇ, ਤਿੱਪਦੇ, ਪੰਚਪਦੇ ਅਤੇ ਚੌਪਦੇ ਸ਼ਬਦਾਂ ਦੇ ਹੇਠ ਲਿਖੇ ਹਨ। ਇਹ ਅੰਕ ਗਿਣਤੀ ਬੋਧਕ ਹਨ। ਹਾਂ, ਯਾਦ ਰੱਖਣਾ ਜੀ, ਇਹ ਅੰਕ ਗਿਣਤੀ ਬੋਧਕ ਹਨ। ਅੰਕ 2 ਦਰਸਾਉਂਦਾ ਹੈ ਕਿ ਇਸ ਸ਼ਬਦ ਤੋਂ ਅੱਗੇ ਪੰਚਪਦਿਆਂ ਦੇ 2 ਸ਼ਬਦ ਹਨ। ਅੰਕ 3 ਦੱਸਦਾ ਹੈ ਕਿ ਇਸ ਸ਼ਬਦ ਤੋਂ ਅੱਗੇ 3 ਸ਼ਬਦ ਤਿਰਦਿਆਂ ਦੇ ਹਨ। ਅੰਕ 6 ਦੱਸਦਾ ਹੈ ਕਿ ਇਸ ਤੋਂ ਅੱਗੇ ਪੰਚਪਦਿਆਂ ਦੇ 6 ਸ਼ਬਦ ਹਨ।
ਆਦਿ ਇਸ ਤਰ੍ਹਾਂ ਸਾਰੇ ਇਹ ਲਟਕਵੇਂ ਅੰਕਾਂ ਦਾ ਉਚਾਰਨ ਨਹੀਂ ਹੁੰਦਾ। ਇਹ ਸਾਰੀ ਜਾਣਕਾਰੀ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀ ਹੈ। ਇਸ ਲਈ ਬੇਨਤੀ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਦੱਸਿਆ ਕਿ ਲਟਕਵੇਂ ਅੱਖਰ ਜਿਹੜੇ ਨੇ ਜੇ ਰਾਗ ਦੇ ਥੱਲੇ ਹੋਣ ਤਾਂ ਘਰ ਦੇ ਪ੍ਰਤੀਕ ਨੇ, ਤੇ ਜੇ ਉਹ ਜਿਵੇਂ ਪੰਜ ਪਦੇ ਤਿਪਦੇ ਦੁਖਦੇ ਥੱਲੇ ਹੋਣ ਤਾਂ ਉਹੋ ਜਿਹੇ ਸ਼ਬਦਾਂ ਦੀ ਗਿਣਤੀ ਦੇ ਪ੍ਰਤੀਕ ਨੇ। ਧੰਨਵਾਦ ਵੀਰ ਜਗੀਰ ਸਿੰਘ ਜੀ। ਸੰਗਤ ਜੀ, ਗੁਰਬਾਣੀ ਨੂੰ ਜਿਸ ਵੇਲੇ ਪੜ੍ਹਨਾ ਆਪਾਂ ਦੇਖੋ ਇਹ 'ਚ ਬੜੀ ਸਾਨੂੰ ਅਚਰਜਤਾ ਲੱਗਦੀ ਹੈ ਵੀ ਕਿਆ ਕਮਾਲ ਦੀ ਸੰਪਾਦਨਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਕਿੰਨੀਆਂ ਨਿੱਕੀਆਂ ਨਿੱਕੀਆਂ ਬਰੀਕ ਬਰੀਕ ਗੱਲਾਂ ਜਿਹੜੀਆਂ ਜਿਹਨਾਂ ਦੇ ਬੜੇ ਡੂੰਘੇ ਮਤਲਬ ਨੇ। ਪਰ ਅੱਜ ਦੇ ਲਿਖਾਰੀ ਜਿਹੜੇ ਨੇ, ਲਿਖਾਰੀ ਵੀ ਤੇ ਅਸੀਂ ਸਾਰੇ ਪੜ੍ਹਨ ਵਾਲੇ ਇੱਕੋ ਰੱਸੀ 'ਚ ਲਪੇਟੇ ਜਾ ਰਹੇ ਹਾਂ, ਕਿਉਂਕਿ ਅਸੀਂ ਇਹਨਾਂ ਚੀਜ਼ਾਂ ਧਿਆਨ ਹੀ ਨਹੀਂ ਦਿੰਦੇ। ਜਦ ਕਿ ਗੁਰੂ ਸਾਹਿਬ ਦੀ ਸੰਪਾਦਨਾ ਏਡੀ ਕਮਾਲ ਦੀ ਹੈ ਕਿ ਕਿਹੜੀ ਕਿਹੜੀ ਗੱਲ ਕਰੀਏ। ਸਮੇਂ ਸਮੇਂ ਸਵਾਲ ਆਉਂਦੇ ਰਹਿੰਦੇ ਸੀ, ਵਿਚਾਰਾਂ ਵੀ ਕਰਦੇ ਰਹਿੰਦੇ। ਅੱਜ ਇਹ ਵਿਚਾਰ ਆਈ ਹੈ, ਬਹੁਤ ਹੀ ਕਮਾਲ ਦੀ ਸੰਪਾਦਨਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ। ਮੈਂ ਵੀਰ ਜਗੀਰ ਸਿੰਘ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਗੱਲ ਸਾਨੂੰ ਸਪਸ਼ਟ ਕੀਤੀ। ਤੋ ਸੰਗਤ ਜੀ, ਅਗਲਾ ਜਿਹੜਾ ਸਵਾਲ ਹੈ ਉਹ ਹੈ ਕਿ ਅਸੀਂ ਦੇਖਦੇ ਹਾਂ ਕਿ ਸਾਡੇ 'ਚ ਬਹੁਤ ਸਾਰੀਆਂ ਸੰਪਰਦਾਵਾਂ ਨੇ, ਤੇ ਸੰਪਰਦਾਵਾਂ ਦੀ ਗੱਲ ਵੀ ਅੱਗੇ ਪਿੱਛੇ ਚੱਲਦੀ ਰਹਿੰਦੀ। ਤੇ ਜਿਹੜਾ ਸਵਾਲ ਆਇਆ ਉਹ ਹੈ ਵੀ ਨਿਰਮਲ ਅਖਾੜੇ ਕੀ ਹਨ। ਪਿਛਲੇ ਹਫ਼ਤੇ ਲੈ ਨਹੀਂ ਸਕੇ ਤੇ ਅੱਜ ਉਹ ਸਵਾਲ ਜਿਹੜਾ ਮੈਂ ਬੇਨਤੀ ਕੀਤੀ ਹੈ ਸਾਹਿਬ ਪ੍ਰਭ ਕੀਰਤਨ ਸਿੰਘ ਜੀ ਨੂੰ, ਕਿਉਂਕਿ ਉਹ ਇਸ ਵਿਸ਼ੇ ਤੇ ਰਿਸਰਚ ਵੀ ਕਰ ਰਹੇ ਨੇ, ਸਾਡੇ ਨਾਲ ਸਾਂਝੀ ਵੀ ਕਰ ਰਹੇ ਨੇ। ਤੇ ਕਿਰਪਾ ਕਰਕੇ ਦੱਸੋ ਨਿਰਮਲ ਅਖਾੜੇ ਕੀ ਹੁੰਦੇ। ਸਾਹਿਬ ਪ੍ਰਭ ਕੀਰਤਨ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਿੱਛੇ ਨਵੰਬਰ ਦੇ ਵਿੱਚ 20 ਨਵੰਬਰ ਨੂੰ ਇੱਕ ਪ੍ਰਸ਼ਨ ਆਇਆ ਸੀ ਜਿਹੜਾ ਸੀ ਕਿ ਨਿਰਮਲ ਪ੍ਰਥਾ ਕਦੋਂ ਸ਼ੁਰੂ ਹੋਈ ਤੇ ਨਿਰਮਲ ਪੰਥ ਦਾ ਇਤਿਹਾਸ ਕੀ ਹੈ। ਤਾਂ ਉਹਦਾ ਜਵਾਬ ਅਸੀਂ 20 ਨਵੰਬਰ ਨੂੰ ਦਿੱਤਾ ਸੀ। ਤਾਂ ਹੋ ਸਕਦਾ ਹੈ ਕਿ ਅੱਜ ਦਾ ਸਵਾਲ ਉਸੇ ਪ੍ਰਸ਼ਨ ਦੇ ਵਿੱਚੋਂ ਹੀ ਅੱਗੋਂ ਪੈਦਾ ਹੋਇਆ ਹੋਵੇ। ਤੇ ਜੇ ਸਵਾਲਕਰਤਾ ਨੇ ਇਸ ਚੀਜ਼ ਨੂੰ ਹੋਰ ਸਮਝਣਾ ਹੈ, ਕਿਉਂਕਿ ਜੋ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ ਉਹਦਾ ਅੱਜ ਦੁਹਰਾਵ ਨਹੀਂ ਕਰਾਂਗੇ, ਸੰਖੇਪ ਰੱਖਾਂਗੇ। ਤਾਂ ਆਪ ਜੀ ਲੜੀ ਜੋੜਨ ਲਈ 20/11 ਦੀ ਸਵਾਲ ਜਵਾਬ ਦੀ ਜਿਹੜੀ ਰਿਕਾਰਡਿੰਗ ਆ ਉਹਨੂੰ ਵੀ ਆਪ ਸੁਣ ਕੇ ਤੇ ਅੱਗੇ ਪੂਰੀ ਤਰ੍ਹਾਂ ਇਸ ਵਿਸ਼ੇ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਤਾਂ ਅੱਜ ਦਾ ਸਵਾਲ ਹੈ ਕਿ ਨਿਰਮਲ ਅਖਾੜੇ ਕੀ। ਨਿਰਮਲਿਆਂ ਨੇ ਜੋ ਆਪਣਾ ਇਤਿਹਾਸ ਲਿਖਿਆ ਹੈ ਉਹਦੇ ਮੁਤਾਬਕ ਉਹ ਲਿਖਦੇ ਹਨ ਕਿ ਨਿਰਮਲਿਆਂ ਨੂੰ, ਕਿਉਂਕਿ ਇਹਨਾਂ ਦੇ ਜੋ ਵਿਚਾਰ ਹਨ ਉਹ ਉਹਨਾਂ ਵਿੱਚ ਸਨਾਤਨ ਮਤ ਦਾ ਕਾਫੀ ਲੰਬਾ ਜਿਹੜਾ ਹੈ ਉਹ ਇਤਿਹਾਸ ਹੈ, ਉਹਦੇ ਬਾਰੇ ਇਹ ਬਹੁਤ ਕੁਝ ਦੱਸਦੇ ਵੀ ਹਨ, ਵਿਆਖਿਆ 'ਚ ਵੀ ਲਿਖਦੇ ਹਨ। ਤੇ ਜਿਵੇਂ ਅਸੀਂ ਪਿੱਛੇ ਹੋਰ ਪੁਸਤਕਾਂ ਦੀ ਵਿਚਾਰ ਕਰਦਿਆਂ ਵੀ ਇਹ ਦੇਖਿਆ ਸੀ ਕਿ ਕਾਫੀ ਕੁਝ ਉਹਦੇ ਵਿੱਚੋਂ ਇਹਨਾਂ ਨੇ ਸਾਡੇ ਇਤਿਹਾਸ ਵਿੱਚ ਵੀ ਪਾ ਦਿੱਤਾ ਹੈ। ਤਾਂ ਉਧਰ ਇਹਨਾਂ ਦਾ ਬੜਾ ਕਲੋਜ਼ ਲਿੰਕ ਹੈ। ਉਹ ਇਹ ਲਿਖਦੇ ਹਨ ਕਿ ਜਦੋਂ ਅਸੀਂ ਹਿੰਦੂ ਤੀਰਥਾਂ ਦੇ ਉੱਤੇ ਆਣਾ ਜਾਣਾ ਹੁੰਦਾ ਸੀ ਇਹਨਾਂ ਦਾ, ਤਾਂ ਇਹ ਵੱਡੀ ਗਿਣਤੀ ਦੇ ਵਿੱਚ ਜਾਂਦੇ ਸਨ। ਖਾਸ ਕਰਕੇ ਜਿਹੜੇ ਹਿੰਦੂ ਫੈਸਟੀਵਲਸ ਹਨ ਉਹਨਾਂ ਉੱਤੇ ਬੜੇ ਹੁਮ-ਹੁਮਾ ਕੇ ਜਾਂਦੇ ਹਨ। ਜਿਵੇਂ ਕੁੰਭ ਹੋ ਗਿਆ ਜਾਂ ਸੂਰਜ ਗ੍ਰਹਿਣ ਹੋ ਗਿਆ, ਜਦੋਂ ਉੱਥੇ ਮੇਲੇ ਲੱਗਦੇ ਹਨ ਔਰ ਹਿੰਦੂ ਸੰਪਰਦਾਵਾਂ ਇਕੱਠੀਆਂ ਹੁੰਦੀਆਂ ਨੇ, ਜਾ ਕੇ ਉਹਨਾਂ ਦਾ ਹਿੱਸਾ ਬਣਦੇ ਹਨ। ਤਾਂ ਇਹ ਕਹਿੰਦੇ ਹਨ ਕਿ ਜਦੋਂ ਉੱਥੇ ਅਸੀਂ ਜਾਂਦੇ ਸੀ ਤਾਂ ਸਮੇਂ ਦੇ ਨਾਲ ਇਹਨਾਂ ਨੂੰ ਕੁਝ ਦਿੱਕਤਾਂ ਅਰਾਈਜ਼ ਹੋ ਗਈਆਂ। ਉੱਥੇ ਜਿਹੜੇ ਹਿੰਦੂ ਸੰਪਰਦਾਵਾਂ ਦੇ ਰਹਿਣ ਦੀਆਂ ਥਾਵਾਂ ਟਿਕਾਣਿਆਂ ਦੇ ਵਿੱਚ ਜਾ ਕੇ ਨਿਵਾਸ ਕਰਦੇ ਸਨ, ਉੱਥੇ ਹੌਲੀ ਹੌਲੀ ਇਹਨਾਂ ਦੇ ਰੂਪ ਕਰਕੇ ਜਾਂ ਇਹਨਾਂ ਦੇ ਸਿੱਖੀ ਪ੍ਰਭਾਵ ਜਿਵੇਂ ਦਿੰਦੇ ਸਨ ਕਿ ਅਸੀਂ ਸਿੱਖ ਮਤ ਦੇ ਹਾਂ, ਇੱਥੋਂ ਦੇ ਅਸੂਲਾਂ ਨੂੰ ਵੀ ਨਾਲ ਮੰਨਦੇ ਸਨ। ਤਾਂ ਉਹਦੇ 'ਚ ਇਹਨਾਂ ਨੂੰ ਕੁਝ ਦਿੱਕਤਾਂ ਹੁੰਦੀਆਂ ਸਨ। ਇਹਨਾਂ ਨੂੰ ਕੁਝ ਲੋਕਾਂ ਨੇ ਉੱਥੇ ਟੀਚਰਾਂ ਵੀ ਕਰਨੀਆਂ ਸ਼ੁਰੂ ਕਰ ਦੇਣੀਆਂ। ਤਾਂ ਫਿਰ ਇਹਨਾਂ ਨੇ ਆਪਸ ਵਿੱਚ ਮਿਲ ਬੈਠ ਕੇ ਇਹ ਫੈਸਲਾ ਕੀਤਾ ਕਿ ਸਾਨੂੰ ਹੁਣ ਆਪਣੀਆਂ ਥਾਵਾਂ ਵੀ ਉੱਥੇ ਬਣਾਉਣੀਆਂ ਚਾਹੀਦੀਆਂ। ਤਾਂ ਸੰਨ 1855 ਦੇ ਵਿੱਚ ਹਰਿਦੁਆਰ ਦਾ ਜਿਹੜਾ ਕੁੰਭ ਮੇਲਾ ਸੀ ਉਹਦੇ 'ਚ ਇਹਨਾਂ ਨੇ ਇੱਕ ਵੱਡੀ ਇਕੱਤਰਤਾ ਕੀਤੀ। ਉਹਦੇ ਵਿੱਚ ਇਹਨਾਂ ਨੇ ਇਸੇ ਹੀ ਵਿਚਾਰ ਨੂੰ ਮੁੱਖ ਰੱਖ ਕੇ ਨਿਰਮਲ ਪੰਚਾਇਤੀ ਅਖਾੜਾ ਬਣਾਉਣ ਦਾ ਫੈਸਲਾ ਕੀਤਾ ਗਿਆ ਕਿ ਅਖਾੜਾ ਉੱਥੇ ਬਣਾਇਆ ਜਾਵੇ। ਹੁਣ ਅਖਾੜਾ ਜਿਹੜਾ ਲਫ਼ਜ਼ ਹੈ ਇਹ ਸਿੱਖੀ ਰਵਾਇਤਾਂ ਵਿੱਚੋਂ ਨਹੀਂ ਨਿਕਲਿਆ ਹੋਇਆ। ਇਹ ਜਿਹੜੇ ਹਿੰਦੂ ਸੰਪਰਦਾਵਾਂ ਦੇ ਰਹਿਣ ਦੀਆਂ ਥਾਵਾਂ ਹੁੰਦੀਆਂ ਹਨ, ਟਿਕਾਣੇ ਹੁੰਦੇ ਹਨ, ਉਹਨਾਂ ਨੂੰ ਅਖਾੜਾ ਕਿਹਾ ਜਾਂਦਾ ਸੀ। ਤੋ ਇਹਨਾਂ ਨੇ ਵੀ ਉਸੇ ਤਰਜ਼ ਉੱਤੇ ਆਪਣਾ ਨਾਮ ਜਿਹੜਾ ਨਿਰਮਲ ਪੰਚਾਇਤੀ ਅਖਾੜਾ ਰੱਖਿਆ। ਤੇ ਇਹਦਾ ਸਭ ਤੋਂ ਪਹਿਲਾ ਮੁਖੀ ਜਿਹੜਾ ਮਹੰਤ ਸੀ ਉਹ ਭਾਈ ਮਹਿਤਾਬ ਸਿੰਘ ਜਾਂ ਸ੍ਰੀਮਾਨ ਮਹਿਤਾਬ ਸਿੰਘ ਜਿਵੇਂ ਲਿਖਦੇ ਹਨ, ਉਹਨਾਂ ਨੂੰ
ਬਣਾਇਆ ਗਿਆ। ਪਰ ਹੁਣ ਇਸ ਕੰਮ ਲਈ ਮਾਇਆ ਦੀ ਵੀ ਲੋੜ ਸੀ। ਤੋ ਇਸ ਲਈ ਇਹਨਾਂ ਨੇ ਪਟਿਆਲਾ, ਨਾਭਾ, ਜੀਂਦ ਤੇ ਹੋਰ ਜਿਨ੍ਹਾਂ ਨੂੰ ਅਸੀਂ ਫੂਲਕੀਆਂ ਰਿਆਸਤਾਂ ਅਕਸਰ ਕਹਿ ਦਿੰਦੇ ਆ, ਉਹਨਾਂ ਦੇ ਵਿੱਚ ਇਹਨਾਂ ਨੇ ਮਹਿਤਾਬ ਸਿੰਘ ਜੀ ਨੇ ਸਾਰੇ ਰਾਜਿਆਂ ਨੂੰ ਜਾ ਕੇ ਮਿਲਣ ਦਾ ਉਪਰਾਲਾ ਕੀਤਾ, ਸਾਰਿਆਂ ਨੂੰ ਮਿਲੇ ਤੇ ਵਿਦਵਾਨ ਤਾਂ ਇਹ ਸਨ ਹੀ, ਤੋ ਇਹਨਾਂ ਦਾ ਪ੍ਰਭਾਵ ਉਹਨਾਂ ਦੇ ਉੱਤੇ ਪਿਆ ਤੇ ਉਹਨਾਂ ਰਾਜਿਆਂ ਨੇ ਇਹਨਾਂ ਦੀ ਵੱਡੀ ਮਦਦ ਕੀਤੀ। ਇਹਦੇ ਬਾਰੇ ਸਾਨੂੰ ਡਿਟੇਲ ਮਿਲਦੀ ਹੈ ਕਿ ਉਸ ਸਮੇਂ ਦੇ ਹਿਸਾਬ ਨਾਲ 80,000 ਰੁਪਏ, 20,000 ਰੁਪਏ, ਇਹ ਰੁਪਈਏ ਕਹਿਣ ਤੋਂ ਭਾਵ ਇਹ ਚਾਂਦੀ ਦੇ ਰੁਪਈਏ ਹੈ, ਤਾਂ ਵੱਡੀਆਂ ਮਦਦਾਂ ਇਹਨਾਂ ਦੀਆਂ ਕੀਤੀਆਂ ਗਈਆਂ। ਤੇ ਇਹ ਮਦਦ ਕਰਨ ਦੇ ਨਾਲ ਹੀ ਜਦੋਂ ਇਹਨਾਂ ਸਾਰੇ ਰਾਜਿਆਂ ਨੇ ਇੱਕ ਮੀਟਿੰਗ ਕੀਤੀ ਪਟਿਆਲੇ ਦੇ ਕੋਲ ਭਵਾਨੀਗੜ੍ਹ ਦੇ ਵਿੱਚ, ਜਾਂ ਉਹਨਾਂ ਦੀ ਮੀਟਿੰਗ ਹੋਣੀ ਸੀ, ਉਹਦੇ ਵਿੱਚ ਮਸਲਾ ਵਿਚਾਰਿਆ ਗਿਆ ਤੇ ਇਹਨਾਂ ਨੇ ਇੱਕ ਇਕੱਠਾ ਫੈਸਲਾ ਕੀਤਾ ਕਿ ਅਸੀਂ ਨਿਰਮਲਿਆਂ ਦੀ ਮਦਦ ਕਰਨੀ ਹੈ ਤਾਂ ਕਿ ਆਪਣੇ ਟਿਕਾਣੇ ਬਣਾ ਸਕਣ। ਤਾਂ ਉਹਦੇ ਵਿੱਚ ਮਹਾਰਾਜਾ ਪਟਿਆਲਾ ਨੂੰ ਜਿਹੜਾ ਉਸ ਸਾਰੇ ਪ੍ਰੋਜੈਕਟ ਦਾ ਮੁਖੀ ਥਾਪਿਆ ਗਿਆ ਤੇ ਨਾਲ ਉਹਨਾਂ ਨੂੰ ਕਿਹਾ ਗਿਆ ਕਿ ਮਾਇਆ ਤਾਂ ਅਸੀਂ ਦੇਣੀ ਹੈ, ਪਰ ਇਹ ਵੀ ਨਾਲ ਧਿਆਨ ਰੱਖਣਾ ਹੈ ਕਿ ਇਹ ਨਾ ਹੋਵੇ ਕਿ ਮਾਇਆ ਦਾ ਜਿਹੜਾ ਵਰਤੋਂ ਹੈ ਉਹ ਹੋਰ ਕੰਮਾਂ ਲਈ ਹੋਵੇ ਜਾਂ ਇਹਨਾਂ ਦੇ ਵਿੱਚ ਝਗੜਿਆਂ ਦਾ ਕਾਰਨ ਬਣ ਜਾਏ। ਤਾਂ ਪਟਿਆਲਾ ਦਰਬਾਰ ਦੇ ਦੀਵਾਨ ਦੀ ਮੋਹਰ ਹੇਠ ਇੱਕ ਕਹਿ ਲਈਏ ਕਿ ਕੋਡ ਆਫ ਕੰਡਕਟ ਬਣਾਇਆ ਗਿਆ, ਜਿਹਨੂੰ ਦਸਤੂਰ ਅਮਲ ਦਾ ਨਾਮ ਦਿੱਤਾ ਗਿਆ। ਫਾਰਸੀ ਦੇ ਵਿੱਚ ਲਿਖਿਆ, ਉਹ ਅੱਜ ਵੀ ਮੌਜੂਦ ਹੈ। ਤਾਂ ਉਹ ਇੱਕ ਕਿਸਮ ਨਾਲ ਨਿਰਮਲ ਪੰਚਾਇਤੀ ਅਖਾੜੇ ਦੇ ਵਿਧਾਨ ਦਾ ਦਰਜਾ ਰੱਖਦਾ ਹੈ ਤੇ ਅੱਜ ਵੀ ਉਹ ਇੱਕ ਲੀਗਲ ਡਾਕੂਮੈਂਟ ਹੈ। ਜਦੋਂ ਇਹਨਾਂ ਦੇ ਕੋਈ ਝਗੜੇ ਹੋ ਜਾਂਦੇ ਹਨ ਤਾਂ ਉਸੇ ਦਾ ਹੀ ਇਹ ਸਹਾਰਾ ਲੈਂਦੇ ਹਨ। ਤੋ ਨਾਲ ਹੀ ਉਹ ਇਹਨਾਂ ਨੇ ਮਦਦ ਵੀ ਕੀਤੀ ਤੇ ਸਾਰੇ ਰਾਜਿਆਂ ਨੇ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਇਹਨਾਂ ਨੂੰ ਮਦਦ ਕਰਨ ਦੇ ਵਾਸਤੇ ਥਾਵਾਂ ਦਿੱਤੀਆਂ। ਹਵੇਲੀਆਂ ਜਿਹੜੀਆਂ ਪਈਆਂ ਸਨ ਉਹਨਾਂ ਕੋਲ, ਜਿਹੜੀਆਂ ਨਹੀਂ ਹੋਈਆਂ ਸਨ, ਉਹ ਇਹਨਾਂ ਨੂੰ ਅਲਾਟ ਕਰ ਦਿੱਤੀਆਂ। ਪਟਿਆਲੇ ਦੇ ਵਿੱਚ ਇੱਕ ਵੱਡੀ ਹਵੇਲੀ ਇਹਨਾਂ ਨੂੰ ਮਿਲੀ। ਇਸੇ ਤਰ੍ਹਾਂ ਹੀ ਨਾਭੇ 'ਚ, ਜੀਂਦ 'ਚ, ਸੰਗਰੂਰ 'ਚ, ਫਰੀਦਕੋਟ, ਕਾਫੀ ਥਾਵਾਂ ਦੇ ਉੱਤੇ ਇਹਨਾਂ ਨੂੰ ਬਿਲਡਿੰਗਸ ਵੀ ਦਿੱਤੀਆਂ ਗਈਆਂ ਤੇ ਉੱਥੇ ਸਾਰੀਆਂ ਥਾਵਾਂ ਤੇ ਇਹਨਾਂ ਨੇ ਆਪਣੇ ਅਖਾੜੇ ਬਣਾ ਦਿੱਤੇ। ਤੋ ਇਹਨਾਂ ਦੀ ਮਦਦ ਦੇ ਨਾਲ ਜਿਹੜੇ ਅਖਾੜੇ ਇਹਨਾਂ ਨੇ ਫਿਰ ਸਾਰੇ ਹਿੰਦੂ ਤੀਰਥਾਂ ਦੇ ਉੱਤੇ ਵੀ ਬਣਾਏ। ਜਿਸ ਤਰ੍ਹਾਂ ਨਾਲ ਹੀ ਸਿੱਖ ਤੀਰਥਾਂ ਦੇ ਉੱਤੇ ਸਾਡੇ ਜਿਹੜੇ ਤੀਰਥ ਗਿਣੇ ਜਾਂਦੇ ਸ਼ਹਿਰ ਹਨ, ਅਨੰਦਪੁਰ ਸਾਹਿਬ ਦੇ ਵਿੱਚ, ਅੰਮ੍ਰਿਤਸਰ ਵਿੱਚ, ਦਮਦਮਾ ਸਾਹਿਬ ਵਿੱਚ ਵੀ ਬਣਾਏ। ਤੇ ਜਿਹੜੇ ਹਿੰਦੂ ਤੀਰਥ ਹਨ, ਹਰਿਦੁਆਰ ਵਿੱਚ ਤਾਂ ਇਹਨਾਂ ਨੇ ਬਣਾਇਆ ਹੀ, ਨਾਲ ਬਨਾਰਸ, ਪ੍ਰਯਾਗ ਤੇ ਹੋਰ ਕੁਰੂਕਸ਼ੇਤਰ, ਹਰ ਥਾਂ ਦੇ ਉੱਤੇ ਇਹਨਾਂ ਨੇ ਥਾਵਾਂ ਖਰੀਦ ਕੇ ਤੇ ਆਪਣੇ ਅਖਾੜੇ ਜਿਹੜੇ ਬਣਾਏ। ਤੋ ਇਹਨਾਂ ਨੇ ਬਣਾਇਆ ਤਾਂ ਸਿੱਖੀ ਅਸਥਾਨਾਂ ਵਾਂਗ ਹੀ, ਪਰ ਜਿਵੇਂ ਮੈਂ ਅੱਗੇ ਜ਼ਿਕਰ ਕੀਤਾ, ਨਾ ਤਾਂ ਇਹਨਾਂ ਨੇ ਉਹਨਾਂ ਨੂੰ ਗੁਰਦੁਆਰਿਆਂ ਦੇ ਘੇਰੇ ਦੇ ਵਿੱਚ ਰੱਖਿਆ ਜਾਂ ਪੁਰਾਣਾ ਨਾਮ ਜਿਵੇਂ ਸਾਡੇ ਧਰਮਸਾਲ ਚੱਲਦਾ ਸੀ, ਇਹਨਾਂ ਨੇ ਉਹਦੀ ਥਾਂ ਦੇ ਉੱਤੇ ਹਿੰਦੂ ਰਵਾਇਤਾਂ ਨੂੰ ਪਹਿਲ ਦੇ ਕੇ ਅਖਾੜੇ ਦਾ ਜਿਹੜਾ ਨੋਮਨਕਲੇਚਰ ਹੈ ਉਹਨੂੰ ਅਪਣਾਇਆ। ਇਹਨਾਂ ਤੋਂ ਪਹਿਲਾਂ ਉਦਾਸੀਆਂ ਦੇ ਵੀ ਅਖਾੜੇ ਬਣ ਚੁੱਕੇ ਸਨ ਤੇ ਇਹ ਰਵਾਇਤ ਜਿਹੜੀ ਇੱਕ ਕਿਸਮ ਨਾਲ ਕਈ ਸੰਪਰਦਾਵਾਂ ਨੇ ਆਪਣੀ ਬਣਾਈ ਹੋਈ ਹੈ, ਉਹ ਅੱਜ ਵੀ ਚੱਲਦੀ ਹੈ। ਸਾਡੇ ਸਾਹਮਣੇ ਪੰਜਾਬ ਦੇ ਵਿੱਚ ਅਨੇਕਾਂ ਸਥਾਨ ਇਹੋ ਜਿਹੇ ਬਣੇ ਹਨ ਜਿਨ੍ਹਾਂ ਨੂੰ ਗੁਰਦੁਆਰਾ ਨਹੀਂ ਕਿਹਾ ਜਾਂਦਾ, ਡੇਰਾ ਕਹਿ ਦਿੱਤਾ ਜਾਂਦਾ ਹੈ ਜਾਂ ਠਾਠ ਕਹਿ ਦਿੱਤਾ ਜਾਂਦਾ ਹੈ। ਇਹ ਲਗਭਗ ਉਸੇ ਹੀ ਟ੍ਰੈਡੀਸ਼ਨ ਨੂੰ ਅੱਗੇ ਲਿਜਾਇਆ ਜਾ ਰਿਹਾ ਤੇ ਉਹ ਉਦਾਸੀਆਂ ਤੇ ਨਿਰਮਲਿਆਂ ਦੀ ਹੀ ਇਹ ਟ੍ਰੈਡੀਸ਼ਨ ਸ਼ੁਰੂ ਕੀਤੀ ਹੋਈ ਹੈ ਕਿ ਭਾਵੇਂ ਉਹ ਸਿੱਖ ਧਰਮ ਦੀਆਂ ਰਵਾਇਤਾਂ ਦੇ ਉੱਤੇ ਪੂਰਾ ਕਲੇਮ ਕਰਦੇ ਸਨ, ਪਰ ਉਹ ਆਪਣੇ ਆਪ ਨੂੰ ਸਿੱਖ ਰਵਾਇਤਾਂ ਦੇ ਹੇਠ ਰੱਖਣ ਤੋਂ ਪਰਹੇਜ਼ ਕੀਤਾ। ਤੋ ਅਖਾੜਾ ਦਾ ਇੱਕ ਅਰਥ ਤਾਂ ਜੰਗੀ ਖੇਡਾਂ ਦੇ ਜਿਹੜਾ ਮੈਦਾਨ ਹੁੰਦਾ ਹੈ, ਇਹ ਪਹਿਲਵਾਨਾਂ ਦੇ ਵੀ ਅਖਾੜੇ ਹੁੰਦੇ ਹਨ ਤੇ ਇਸੇ ਤਰੀਕੇ ਨਾਲ ਗੱਤਕੇ ਦੇ ਵੀ ਅਸੀਂ ਅਖਾੜੇ ਕਹਿੰਦੇ ਹਾਂ, ਉਹਨਾਂ ਨੂੰ ਵੀ ਅਖਾੜਾ ਕਿਹਾ ਜਾਂਦਾ ਹੈ। ਤੇ ਗੁਰਬਾਣੀ ਵਿੱਚ ਵੀ ਜਿਵੇਂ ਇਹ ਜ਼ਿਕਰ ਆਉਂਦਾ ਹੈ, ਅਖਾੜਾ ਸ਼ਬਦ ਆਉਂਦਾ ਹੈ ਕਿ ਬਈ ਉੱਥੇ ਜਿਵੇਂ ਅਸੀਂ ਨਿਹੱਤੇ ਪੰਜ ਜਵਾਨ ਮੈਂ, ਤਾਂ ਉਸ ਤਰੀਕੇ ਦੇ ਨਾਲ ਵੀ ਅਖਾੜਿਆਂ ਦਾ ਜ਼ਿਕਰ ਕੀਤਾ ਜਾਂਦਾ ਹੈ, ਮਨ ਦੇ ਅਖਾੜੇ ਦਾ ਵੀ ਜ਼ਿਕਰ ਕੀਤਾ ਜਾਂਦਾ ਹੈ। ਤੋ ਵੈਸ਼ਨਵ ਧਰਮ ਦੇ ਵਿੱਚ ਵੱਖੋ ਵੱਖ ਅਖਾੜੇ ਬਣੇ ਹੋਏ ਹਨ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ, ਉਹਨਾਂ ਦੇ ਕੋਲ ਮੁੱਖ 13 ਅਖਾੜੇ ਹਨ। ਤੋ 13 ਅਖਾੜੇ ਜਿਹੜੇ ਹਨ, ਇਹਨਾਂ ਦੀ ਇੱਕ ਪਰਿਸ਼ਦ ਵੀ ਬਣੀ ਹੋਈ ਹੈ, ਅਖਿਲ ਭਾਰਤੀ ਅਖਾੜਾ ਪਰਿਸ਼ਦ। ਇਹ ਵੈਸ਼ਨਵ ਧਰਮ ਦੀ ਪਰਿਸ਼ਦ ਹੈ ਤੇ ਕੁੰਭ ਦੇ ਮੇਲੇ 'ਚ ਵੀ ਅਸੀਂ ਅਖਾੜਿਆਂ ਦੇ ਦਰਸ਼ਨ ਕਰਦੇ ਹਾਂ। ਉਹਨਾਂ 'ਚੋਂ ਨਾਂਗੇ ਸਾਧੂ ਤੇ ਹੋਰ ਅਖਾੜਿਆਂ ਦੇ ਬੰਦੇ ਆਉਂਦੇ ਹਨ, ਜਿਹੜੇ ਸਾਧੂ ਸੰਤ ਹੁੰਦੇ ਹਨ ਉਹ ਆਉਂਦੇ ਹਨ। ਤੇ ਇਹਨਾਂ 13 ਅਖਾੜਿਆਂ ਦੇ ਵਿੱਚ ਜਿਹੜਾ ਸ਼ਾਮਲ ਹਨ, ਉਹ ਨਿਰਮਲ ਪੰਚਾਇਤੀ ਅਖਾੜਾ ਵੀ ਹੈ ਤੇ ਜੋ ਉਦਾਸੀ ਅਖਾੜਾ ਵੀ ਉਹਦੇ ਵਿੱਚ ਹੀ ਸ਼ਾਮਲ ਹੈ। ਤੇ 2 ਅਖਾੜੇ ਜਿਹੜੇ ਉਦਾਸੀ ਮਤ ਦੇ ਤੇ 2 ਅਖਾੜੇ ਪੰਚਾਇਤੀ ਜਿਹੜੇ ਨਿਰਮਲਿਆਂ ਦੇ ਹਨ। ਇੱਕ ਬੜਾ ਪੰਚਾਇਤੀ ਅਖਾੜੇ ਦੇ ਨਾਮ ਨਾਲ ਉਹਦੇ ਵਿੱਚ ਸ਼ਾਮਲ ਹੁੰਦਾ ਤੇ ਇੱਕ ਸ੍ਰੀ ਪੰਚਾਇਤੀ ਨਇਆ ਅਖਾੜਾ ਵੀ ਗਿਣਿਆ ਜਾਂਦਾ ਹੈ। ਤੋ ਇਹ ਜਿਹੜੇ 3 ਅਖਾੜੇ ਹਨ, ਉਹ
ਉਹਦੇ ਵਿੱਚ ਸ਼ਾਮਲ ਹੁੰਦੇ ਹਨ। ਹਿੰਦੂ ਅਖਾੜਿਆਂ ਦੀ ਜਿਹੜੀ ਲਿਸਟ ਹੈ ਉਹਦੇ ਵਿੱਚ ਇਹਨਾਂ ਨੂੰ ਰੱਖਿਆ ਜਾਂਦਾ ਹੈ ਤੇ ਆਪਣੇ ਆਪ ਦੇ ਵਿੱਚ ਤਿੰਨੇ ਸਿੱਖ ਅਖਾੜੇ ਹੀ ਅਖਵਾਉਂਦੇ ਹਨ ਤੇ ਉਹਨਾਂ ਦੇ ਵਿੱਚ ਸ਼ਾਮਲ ਹੋ ਕੇ ਇਹਨਾਂ ਨੂੰ ਸਪੈਸ਼ਲ ਦਰਜਾ ਦਿੱਤਾ ਜਾਂਦਾ ਹੈ। ਉਹਦੇ ਡਿਸੀਜਨਸ ਕੁੰਭ ਆਦਿਕ ਜਿਹੜੇ ਮੇਲੇ ਉਹਨਾਂ ਦੇ ਵੱਡੇ ਹੁੰਦੇ ਹਨ, ਉਹਦੇ ਵਿੱਚ ਬਾਕੀ ਹਿੰਦੂ ਅਖਾੜਿਆਂ ਦੇ ਨਾਲ ਬੈਠ ਕੇ ਜਿਹੜੇ ਨਿਰਣੇ ਕਰਨੇ ਹੁੰਦੇ ਹਨ ਉਹਨਾਂ ਦਾ ਇਹ ਹਿੱਸਾ ਹੁੰਦੇ ਹਨ। ਤਾਂ ਇਹ ਇਤਿਹਾਸ ਹੈ ਕਿ ਅਖਾੜੇ ਕਿਸ ਤਰ੍ਹਾਂ ਬਣੇ, ਇਹਨਾਂ ਦੇ ਵਿੱਚ ਕੀ ਕੀ ਕੰਮ ਹੁੰਦੇ ਹਨ। ਕਾਫੀ ਜਿਹੜਾ ਸਿੱਖ ਮਤ ਦੇ ਇਹਨਾਂ ਨੇ ਗ੍ਰੰਥ ਉੱਥੇ ਰੱਖੇ ਹੋਏ ਹਨ, ਪੁਰਾਤਨ ਹਸਤ ਲਿਖਤਾਂ ਜਿਹੜੀਆਂ ਨਿਰਮਲਿਆਂ ਵੱਲੋਂ ਲਿਖੀਆਂ ਹੁੰਦੀਆਂ ਹਨ ਉਹ ਵੀ ਉੱਥੇ ਮੌਜੂਦ ਹੁੰਦੀਆਂ ਹਨ ਤੇ ਉੱਥੇ ਨਵੇਂ ਜਿਹੜੇ ਇਹਨਾਂ ਦੇ ਚੇਲੇ ਆਉਂਦੇ ਹਨ ਉਹਨਾਂ ਦੀ ਵਿੱਦਿਆ ਦਾ ਵੀ ਚੰਗਾ ਪ੍ਰਬੰਧ ਹੁੰਦਾ ਹੈ, ਜਿਹਦੇ ਵਿੱਚ ਗੁਰਬਾਣੀ ਦੀ ਤਾਂ ਇਹ ਸਿੱਖਿਆ ਦਿੰਦੇ ਹੀ ਦਿੰਦੇ ਹਨ, ਨਾਲ ਵੇਦਾਂਤ ਦੀ ਤੇ ਹਿੰਦੂ ਧਰਮ ਦੀਆਂ ਹੋਰ ਬ੍ਰਾਂਚਿਸ ਦੀ ਵੀ ਕਾਫੀ ਗਹਿਨ ਜਿਹੜੀ ਇਹਨਾਂ ਨੂੰ ਵਿੱਦਿਆ ਦਿੱਤੀ ਜਾਂਦੀ ਹੈ, ਜਿਹਦਾ ਪ੍ਰਭਾਵ ਅਸੀਂ ਆਪਣੇ ਪ੍ਰਚਾਰ ਵਿੱਚ ਵੀ ਕਈ ਲੋਕਾਂ ਦੇ ਵਿੱਚੋਂ ਉਹਨਾਂ ਦੇ ਵਿਖਿਆਨਾਂ ਦੇ ਵਿੱਚੋਂ ਦੇਖ ਸਕਦੇ ਹਾਂ। ਇਹਨਾਂ ਦੀ ਕੀਤੀਆਂ ਹੋਈਆਂ ਵਿਆਖਿਆਵਾਂ ਦੇ ਵਿੱਚੋਂ ਵੀ ਇਹ ਸਾਨੂੰ ਪਤਾ ਲੱਗਦਾ ਹੈ ਤੇ ਜੋ ਇਹਨਾਂ ਨੇ ਇਤਿਹਾਸ ਲਿਖਿਆ ਉਹਦੇ ਤੋਂ ਵੀ ਸਪਸ਼ਟ ਹੁੰਦਾ ਹੈ ਕਿ ਇਹਨਾਂ ਨੂੰ ਜਿਹੜੀ ਸਨਾਤਨ ਮਤ ਦੇ ਤੇ ਪੁਰਾਣਿਕ ਤੇ ਮਿਥਿਹਾਸਕ ਤੇ ਵੇਦਾਂਤਕ ਆਦਿਕ ਵਿਦਿਆ ਇਹਨਾਂ ਨੂੰ ਪੂਰੇ ਉਹ ਡੂੰਘਾਈ ਦੇ ਵਿੱਚ ਦਿੱਤੀ ਜਾਂਦੀ ਹੈ। ਉਹਨਾਂ ਸਾਰਿਆਂ ਦਾ ਕੇਂਦਰ ਇਹਨਾਂ ਦੇ ਅਖਾੜੇ ਹੀ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਅਖਾੜਾ ਹਰਿਦੁਆਰ ਦੇ ਕੋਲ ਇੱਕ ਜਗ੍ਹਾ ਹੈ ਕਨਖਲ, ਜਿਹੜੀ ਕਿ ਹੁਣ ਹਰਿਦੁਆਰ ਦਾ ਹਿੱਸਾ ਹੀ ਹੈ। ਉੱਥੇ ਦਾ ਜਿਹੜਾ ਨਿਰਮਲ ਪੰਚਾਇਤੀ ਅਖਾੜਾ ਹੈ ਉਹ ਸਭ ਤੋਂ ਵੱਡਾ ਗਿਣਿਆ ਜਾਂਦਾ ਹੈ ਤੇ ਉਸੇ ਦਾ ਹੀ ਪ੍ਰਭਾਵ ਸਭ ਤੋਂ ਵੱਧ ਗਿਣਿਆ ਜਾਂਦਾ ਹੈ। ਆਸ ਹੈ ਕਿ ਸਵਾਲਕਰਤਾ ਨੂੰ ਜੋ ਉਹਨਾਂ ਦੀ ਜਿਗਿਆਸਾ ਸੀ ਉਹ ਇਹਦੇ ਚੋਂ ਪੂਰੀ ਹੋ ਗਈ ਹੋਵੇਗੀ। ਹੋਈਆਂ ਭੁੱਲਾਂ ਦੀ ਖਿਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਪ੍ਰਭ ਕੀਰਤਨ ਸਿੰਘ ਜੀ ਨੇ ਬੜੀ ਵਿਸਥਾਰ ਸਹਿਤ ਥੋੜੇ ਜਿਹੇ ਸਮੇਂ ਜੀ ਸਾਨੂੰ ਨਿਰਮਲ ਅਖਾੜਿਆਂ ਬਾਰੇ ਜਾਣਕਾਰੀ ਦਿੱਤੀ ਹੈ। ਤਾਂ ਸੰਗਤ ਜੀ, ਹਰ ਚੀਜ਼ ਦੇ ਕਈ ਵਿੱਚ ਪਲੱਸ ਪੁਆਇੰਟ ਵੀ ਹੁੰਦੇ ਨੇ, ਕੁਝ ਸਮੇਂ ਦੇ ਨਾਲ ਨਾਲ ਉਹਦੇ 'ਚ ਕੁਝ ਕੁਰੀਤੀਆਂ ਵੀ ਆ ਜਾਂਦੀਆਂ ਨੇ ਤੇ ਠੀਕ ਹੈ, ਕੁਝ ਗੱਲਾਂ ਉਹਨਾਂ ਦੀਆਂ ਮਤਲਬ ਵੀ ਐਸੀਆਂ ਨੇ ਜਿਹੜੀਆਂ ਆਪਾਂ ਸਮੇਂ ਬਿਤਾਏ ਉਹਦੇ ਬਾਰੇ ਕ੍ਰਿਟਿਸਿਜ਼ਮ ਵੀ ਹੁੰਦਾ। ਪਰ ਇੱਕ ਗੱਲ ਹੈ ਕਿ ਜਿਸ ਵੇਲੇ ਸਿੰਘਾਂ ਤੇ ਬੜਾ ਔਖਾ ਸਮਾਂ ਸੀ, ਸਿੰਘਾਂ ਦੇ ਸਿਰਾਂ ਦਾ ਮੁੱਲ ਪੈ ਰਿਹਾ ਸੀ, ਤਾਂ ਉਸ ਵੇਲੇ ਇਹ ਗੁਰਦੁਆਰਾ ਸਾਹਿਬਾਨ ਦੀ ਜਿਹੜੀ ਸੇਵਾ ਸੰਭਾਲ ਹੈ ਉਹਨਾਂ ਨਿਰਮਲਿਆਂ ਨੇ ਉਹਦੇ ਕਾਫੀ ਯੋਗਦਾਨ ਪਾਇਆ। ਹੁਣ ਵੀ ਇਹਦੇ 'ਚ ਵੱਖ-ਵੱਖ ਸ਼ਾਖਾਵਾਂ ਨੇ, ਕਈ ਜਿਹੜੇ ਨੇ ਉਹ ਬਕਾਇਦਾ ਅੰਮ੍ਰਿਤ ਸੰਚਾਰ ਵੀ ਕਰਦੇ ਨੇ, ਗੁਰਬਾਣੀ ਸੰਸਥਾਵਾਂ ਸਥਿਆ ਵੀ ਦਿੰਦੇ ਨੇ। ਤੋਂ ਜਿਸ ਤਰ੍ਹਾਂ ਬੇਨਤੀ ਕੀਤੀ, ਲੋੜ ਹੈ ਕਿ ਜੇ ਹੋ ਸਕੇ ਇੱਕ ਬੜਾ ਵੱਡਾ ਉਪਰਾਲਾ ਚਾਹੀਦਾ ਕਿ ਇਹਨਾਂ ਨੂੰ ਮੁੱਖ ਧਾਰਾ ਦੇ ਨਾਲ ਅਗਰ ਜੁੜ ਜਾਣ ਤਾਂ ਇਹਨਾਂ ਦੀ ਫੋਲੋਇੰਗ ਬਹੁਤ ਹੈ ਤੇ ਉਹਦੇ ਕਿਉਂਕਿ ਲੋਕੀ ਜਿਹੜੇ ਨੇ ਉਹ ਡੇਰਿਆਂ ਦੇ ਪ੍ਰਭਾਵ 'ਚ ਬੜੇ ਜਲਦੀ ਆਉਂਦੇ ਨੇ ਔਰ ਬੜੀ ਗਿਣਤੀ 'ਚ ਅੱਜ ਵੀ ਹਨ ਤੇ ਜੇਕਰ ਉਹਨਾਂ ਨਾਲ ਇਹੋ ਜਿਹਾ ਸੰਪਰਕ ਕਿਸੇ ਤਰ੍ਹਾਂ ਹੋਵੇ ਤਾਂ ਸਾਡੇ ਲਈ ਇਹ ਠੀਕ ਸਿੱਧ ਹੋ ਸਕਦਾ। ਪ੍ਰਭ ਕੀਰਤਨ ਸਿੰਘ ਦਾ ਬਹੁਤ ਬਹੁਤ ਧੰਨਵਾਦ ਹੈ ਸੰਗਤ ਜੀ। ਤੇ ਅਗਲਾ ਸਵਾਲ ਜਿਹੜਾ ਹੈ ਉਹ ਭੈਣ ਚਰਨਜੀਤ ਕੌਰ ਜੀ ਦਾ। ਉਹਨਾਂ ਨੇ ਕਿਹਾ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ 4 ਲਖਤੇ ਜਿਗਰ ਨੇ, ਉਹਨਾਂ ਦੀ ਮਾਤਾ ਦਾ ਨਾਮ ਦੱਸੋ। ਤਾਂ ਮੈਂ ਬੇਨਤੀ ਕਰ ਰਿਹਾ ਵੀਰ ਤੇਜਿੰਦਰ ਸਿੰਘ ਜੀ ਨੂੰ ਵੀ ਇਸ ਸਵਾਲ ਦਾ ਉੱਤਰ ਦੇਣਗੇ ਕਿ 4 ਸਾਹਿਬਜ਼ਾਦਿਆਂ ਦੇ ਮਾਤਾ ਜੀ ਦਾ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਭੈਣ ਜੀ ਨੇ ਸਵਾਲ ਪੁੱਛਿਆ ਹੈ ਉਹ ਵਾਕਈ ਹੀ ਬੜਾ ਇੰਪੋਰਟੈਂਟ ਸਵਾਲ ਹੈ, ਕਿਉਂਕਿ ਇਸ ਸੰਬੰਧੀ ਬੜੇ ਭੁਲੇਖੇ ਜਿਹੜੇ ਹਨ ਉਹ ਪਾਏ ਜਾਂਦੇ ਹਨ। ਤੇ ਉਹ ਸਭ ਤੋਂ ਜ਼ਿਆਦਾ ਜਿਹੜਾ ਭੁਲੇਖਾ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਨੰਦ ਕਾਰਜ ਦੇ ਬਾਰੇ ਹੈ ਕਿ ਕੁਝ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਉਹ 3 ਆਨੰਦ ਕਾਰਜ ਹੋਏ ਸਨ ਔਰ ਉਹਨਾਂ ਚੋਂ ਜਿਹੜੇ ਹਨ ਸਾਹਿਬਜ਼ਾਦੇ ਵੀ ਵੱਖ-ਵੱਖ ਜਿਹੜੇ ਉਹਨਾਂ ਚੋਂ ਪੈਦਾ ਹੋਏ। ਲੇਕਿਨ ਜਦੋਂ ਅਸੀਂ ਇਹ ਗੱਲ ਨੂੰ ਸਮਝਦੇ ਹਾਂ ਕਿ ਸਾਡਾ ਗੁਰਮਤਿ ਦਾ ਜਿਹੜਾ ਪ੍ਰਿੰਸੀਪਲ ਹੈ ਉਹ ਹੈ ਕਿ ਏਕਾ ਨਾਰੀ ਜਤੀ ਹੈ ਪਰ ਨਾਰੀ ਧੀ ਭੈਣ ਵਖਾਨੇ, ਇਸ ਗੱਲ ਨੂੰ ਭਾਈ ਗੁਰਦਾਸ ਜੀ ਨੇ 6ਵੀਂ ਪੌੜੀ ਦੇ ਵਿੱਚ 6ਵੀਂ ਵਾਰ ਦੀ 8ਵੀਂ ਪੌੜੀ ਦੀ ਤੀਸਰੇ ਪਦੇ ਦੇ ਵਿੱਚ ਸਾਨੂੰ ਸਮਝਾਇਆ ਹੈ ਕਿ ਇੱਕ ਨਾਰੀ ਦਾ ਜਤੀ ਹੁੰਦਾ ਹੈ ਤੇ ਪਰਾਈ ਇਸਤਰੀ ਨੂੰ ਧੀ ਤੇ ਭੈਣ ਆਖਦਾ ਹੈ। ਤੋ ਇਹ ਇੱਕ ਬੇਸਿਕ ਸਾਡਾ ਕਨਸੈਪਟ ਹੈਗਾ ਤੇ ਇਹ ਜੋਤ ਉਹ ਜੁਗਤ ਸਹਿ ਕਾਇਆ ਫਿਰ ਪਲਟੀ ਹੈ ਕਿ ਜੋਤ ਇੱਕ ਹੈ ਗੁਰੂ ਨਾਨਕ ਪਾਤਸ਼ਾਹ ਤੋਂ ਲਾ ਕੇ 10ਵੇਂ ਪਾਤਸ਼ਾਹ ਤੱਕ, ਔਰ ਉਹੀ ਜੋਤ ਜਿਹੜੀ ਹੈ ਉਹ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਇਸ ਕਰਕੇ ਸਿਰਫ 2 ਗੁਰੂ ਸਾਹਿਬਾਨ ਹਨ ਜਿਨ੍ਹਾਂ ਦੇ ਬਾਰੇ ਇਹ ਗੱਲ ਹੁੰਦੀ ਹੈ ਕਿ 6ਵੇਂ ਪਾਤਸ਼ਾਹ ਨੇ ਜਿਹੜੇ ਵਿਆਹ ਹਨ ਉਹ ਇੱਕ ਤੋਂ ਜ਼ਿਆਦਾ ਕਰਵਾਏ ਹਨ ਔਰ ਫਿਰ 10ਵੇਂ ਪਾਤਸ਼ਾਹ ਦੇ ਬਾਰੇ ਵੀ ਇਹ ਗੱਲ ਹੁੰਦੀ ਹੈ ਕਿ ਇੱਕ ਤੋਂ ਜ਼ਿਆਦਾ ਵਿਆਹ ਕਰਾਏ ਹਨ।
ਤੋ ਅਸੀਂ ਜਦੋਂ ਇਸ ਸਿਧਾਂਤ ਨੂੰ ਦੇਖਦੇ ਹਾਂ ਕਿ ਏਕਾ ਨਾਰੀ ਜਤੀ ਹੋਏ ਦੀ ਗੱਲ ਕਰਦੇ ਹਾਂ, ਤਾਂ ਫਿਰ 10 ਗੁਰੂ ਇੱਕ ਜੋਤ ਹਨ। ਕਿਸੇ ਵੀ ਗੁਰੂ ਦੇ ਇੱਕ ਤੋਂ ਵੱਧ ਜਿਹੜੇ ਹਨ ਉਹ ਆਨੰਦ ਕਾਰਜ ਨਹੀਂ ਹੋਏ, ਇਹ ਸਾਨੂੰ ਸਮਝਣ ਦੀ ਲੋੜ ਹੈ। ਔਰ ਜਦੋਂ ਇਹ ਗੱਲ ਸਾਨੂੰ ਸਮਝ ਆ ਜਾਏਗੀ ਤਾਂ ਫਿਰ ਅਸੀਂ ਇਸ ਗੱਲ ਨੂੰ ਸਮਝਾਂਗੇ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਸਾਹਿਬਜ਼ਾਦੇ ਹਨ, ਉਹਨਾਂ ਦਾ ਜਨਮ ਵੀ ਜਿਹੜਾ ਹੈ ਉਹ ਇੱਕੋ ਹੀ ਮਾਤਾ ਜੀ ਤੋਂ ਹੋਇਆ ਹੈ। ਇਹ ਸਾਡੇ ਪੰਜਾਬ ਦੇ ਵਿੱਚ ਇੱਕ ਆਮ ਤੌਰ ਤੇ ਰਿਵਾਜ ਹੈ ਕਿ ਜਦੋਂ ਬੱਚੀ ਦਾ ਆਨੰਦ ਕਾਰਜ ਹੁੰਦਾ ਹੈ ਤਾਂ ਉਹਦਾ ਆਪਣੇ ਘਰ ਪੇਕੇ ਘਰ ਦੇ ਵਿੱਚ ਜਿਹੜਾ ਨਾਂ ਹੁੰਦਾ ਹੈ, ਉਹ ਜਦੋਂ ਵਿਆਹ ਕਰਕੇ ਸਹੁਰੇ ਘਰ ਜਾਂਦੀ ਹੈ ਤਾਂ ਉਸ ਦੀ ਸੱਸ ਜਿਹੜੀ ਹੈ ਔਰ ਸਹੁਰੇ ਘਰ ਵਾਲੇ ਮਿਲ ਕੇ ਉਸ ਦਾ ਨਵਾਂ ਨਾਂ ਉੱਥੇ ਤਜਵੀਜ਼ ਕਰਦੀਆਂ ਤੇ ਨਵਾਂ ਨਾਂ ਉਸ ਦਾ ਰੱਖਿਆ ਜਾਂਦਾ ਹੈ। ਤੋ ਇਹੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਵੀ ਇੰਜ ਹੋਇਆ ਹੈ ਕਿ ਮਾਤਾ ਜੀਤੋ ਜੀ ਜਿਹੜੀਆਂ ਕਿ ਪਹਿਲਾ ਜਿਹੜਾ ਸਤਿਗੁਰੂ ਜੀ ਦਾ ਆਨੰਦ ਕਾਰਜ ਦੀ ਗੱਲ ਹੋਈ ਹੈ, ਉਹ ਉਹਨਾਂ ਦੇ ਪਿਤਾ ਜੀ ਭਾਈ ਹਰਜਸ ਸੁਬੱਖੀ ਜੀ ਦੇ ਘਰ ਹੋਇਆ, ਜਿਹੜੇ ਕਿ ਲਾਹੌਰ ਦੇ ਰਹਿਣ ਵਾਲੇ ਸਨ। ਤੋ ਇਹਨਾਂ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੰਗਣੀ ਜਿਹੜੀ ਹੈ ਉਹ 1673 ਈਸਵੀ ਦੇ ਵਿੱਚ ਹੋਈ ਹੈ। ਔਰ ਭਾਈ ਹਰਜਸ ਜੀ ਦੀ ਇੱਛਾ ਸੀ ਕਿ ਬੀਬੀ ਜੀਤੋ ਜੀ ਦਾ ਵਿਆਹ ਲਾਹੌਰ ਵਿੱਚ ਠਾਠ ਬਾਠ ਨਾਲ ਕੀਤਾ ਜਾਏ, ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ 1675 ਵਿੱਚ ਹੋਣ ਤੋਂ ਬਾਅਦ ਹਾਲਾਤ ਬਦਲ ਗਏ ਅਤੇ ਗੁਰੂ ਗੋਬਿੰਦ ਜੀ ਦਾ ਆਨੰਦ ਕਾਰਜ ਲਈ ਲਾਹੌਰ ਜਾਣਾ ਜਿਹੜਾ ਹੈ ਉਹ ਸੰਭਵ ਨਾ ਹੋ ਸਕਿਆ। ਭਾਈ ਹਰਜਸ ਜੀ ਦੀ ਇੱਛਾ ਦੀ ਕਦਰ ਕਰਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਤੋਂ 10 ਕਿਲੋਮੀਟਰ ਦੀ ਵਿੱਥ ਤੇ ਬਸੰਤਗੜ੍ਹ ਪਿੰਡ ਦੇ ਨੇੜੇ ਇੱਕ ਆਰਜੀ ਗੁਰੂ ਕਾ ਲਾਹੌਰ ਜਿਹੜਾ ਹੈ ਉਹ ਵਸਾਇਆ, ਜਿੱਥੇ ਕਿ 21 ਜੂਨ 1677 ਨੂੰ ਮਾਤਾ ਜੀਤੋ ਜੀ ਦਾ ਆਨੰਦ ਕਾਰਜ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ। ਤੋ ਇੱਥੇ ਸਾਨੂੰ ਇਹ ਗੱਲ ਸਮਝ ਆਉਂਦੀ ਹੈ ਕਿ ਜਿਸ ਵੇਲੇ ਮਾਤਾ ਜੀਤੋ ਜੀ ਵਿਆਹ ਕਰਕੇ ਆਨੰਦ ਕਾਰਜ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਪਤਨੀ ਬਣ ਗਏ, ਉਸ ਤੋਂ ਬਾਅਦ ਉਹਨਾਂ ਦਾ ਨਾਂ ਮਾਤਾ ਗੁਜਰ ਕੌਰ ਜੀ ਨੇ ਜਿਹੜਾ ਹੈ ਸੁੰਦਰ ਕੌਰ ਰੱਖਿਆ। ਉਹ ਇਸ ਕਰਕੇ ਰੱਖਿਆ ਕਿ ਉਹ ਬਹੁਤ ਸੁੰਦਰ ਸਨ, ਬੜੇ ਸੁਨੱਖੇ ਸਨ, ਤੇ ਇਸ ਰੰਗ ਰੂਪ ਨੂੰ ਉਹਨਾਂ ਦੇ ਦੇਖਦੇ ਹੋਇਆ ਉਹ ਉਹਨਾਂ ਦਾ ਨਾਂ ਮਾਤਾ ਜੀਤੋ ਜੀ ਤੋਂ ਬਦਲ ਕੇ ਸਹੁਰੇ ਘਰ ਵਿੱਚ ਸੁੰਦਰ ਕੌਰ ਤੇ ਰੱਖਿਆ। ਇਹ ਬੜੇ ਅਫਸੋਸ ਦੀ ਗੱਲ ਹੈ ਕਿ ਅਸੀਂ ਅੱਜ ਵੀ ਸਾਡੇ ਵੀ ਜੋ ਕਈ ਅਦਾਰੇ ਹਨ ਜਿਨ੍ਹਾਂ ਦੇ ਅੰਦਰ ਅਸੀਂ ਹਾਲੀ ਵੀ ਮਾਤਾ ਸੁੰਦਰੀ ਕਹੀ ਜਾਂਦੇ ਹਾਂ, ਮਾਤਾ ਗੁਜਰੀ ਕਹੀ ਜਾਂਦੇ ਹਾਂ, ਜਦਕਿ ਦੋਨੋਂ ਅੰਮ੍ਰਿਤਧਾਰੀ ਸਨ, ਮਾਤਾ ਗੁਜਰ ਕੌਰ ਜੀ ਵੀ ਤੇ ਮਾਤਾ ਸੁੰਦਰ ਕੌਰ ਜੀ ਵੀ। ਤੋ ਇਹ ਅਸੀਂ ਸਮਝ ਲਿਆ ਕਿ ਮਾਤਾ ਜੀਤੋ ਜੀ ਹੀ ਅਸਲੀ ਪਤਨੀ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਤੇ ਜਿਨ੍ਹਾਂ ਦਾ ਪੇਕੇ ਦਾ ਨਾਂ ਜੀਤੋ ਜੀ ਸੀ ਤੇ ਆਨੰਦ ਕਾਰਜ ਤੋਂ ਬਾਅਦ ਉਹਨਾਂ ਦਾ ਸਹੁਰੇ ਘਰ ਦਾ ਨਾਂ ਸੁੰਦਰ ਕੌਰ ਸੀ। ਔਰ ਅੰਮ੍ਰਿਤ ਵੇਲੇ ਵੀ ਅੰਮ੍ਰਿਤ ਛਕਾਉਣ ਦੇ ਸਮੇਂ ਵੀ ਉਹਨਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਔਰ ਉਹਨਾਂ ਤੋਂ ਹੀ ਇਹ ਚਾਰ ਹੀ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਦਾ ਜਿਹੜਾ ਜਨਮ ਹੋਇਆ। ਔਰ ਇੱਥੇ ਇੱਕ ਗੱਲ ਇਹ ਵੀ ਸਮਝਣ ਦੀ ਲੋੜ ਹੈ ਕਿ ਮਾਤਾ ਸਾਹਿਬ ਦੇਵਾ ਜੀ ਦੀ ਗੱਲ ਕੀਤੀ ਜਾਂਦੀ ਹੈ, ਉਹਨਾਂ ਦੇ ਵੀ ਜਦੋਂ ਆਪਣੇ ਪਿੰਡ ਤੋਂ ਚੱਲ ਕੇ ਆਏ ਅਨੰਦਪੁਰ ਸਾਹਿਬ ਦਰਸ਼ਨ ਵਾਸਤੇ, ਤਾਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲੇ ਤੇ ਕਹਿਣ ਲੱਗੇ ਕਿ ਸਾਡੇ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਮਸ਼ਹੂਰ ਹੋ ਗਿਆ, ਇਸ ਬੱਚੀ ਨੇ ਪ੍ਰਣ ਕੀਤਾ ਕਿ ਮੈਂ ਆਨੰਦ ਕਾਰਜ ਕਰਵਾਉਣਾ ਹੈ ਤੇ ਉਹ ਕੇਵਲ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਾਉਣਾ ਹੈ, ਤੇ ਨਹੀਂ ਤੇ ਮੈਂ ਆਨੰਦ ਕਾਰਜ ਨਹੀਂ ਕਰਾਉਣਾ, ਪਰ ਇੱਥੇ ਹੁਣ ਆਈ ਹੈ ਤੇ ਤੁਸੀਂ ਇਸ ਨੂੰ ਕਬੂਲ ਕਰੋ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਉਹੀ ਸਿਧਾਂਤ ਦੱਸਿਆ ਕਿ ਏਕਾ ਨਾਰੀ ਜਤੀ ਵਾਲਾ, ਕਿ ਅਸੀਂ ਆਨੰਦ ਕਾਰਜ ਕੀਤਾ ਹੋਇਆ ਤੇ ਇੱਕ ਤੋਂ ਵੱਧ ਪਤਨੀ ਅਸੀਂ ਨਹੀਂ ਆਨੰਦ ਕਾਰਜ ਰਾਹੀਂ ਆਪਣੇ ਨਾਲ ਰੱਖ ਸਕਦੇ। ਤੋ ਪਰ ਉਹਨਾਂ ਨੇ ਕਿਹਾ ਵੀ ਜੇ ਤੂੰ ਜ਼ਰੂਰੀ ਚਾਹੁੰਦੀ ਹੈ ਕਿ ਤੈਨੂੰ ਮਾਤਾ ਦਾ ਸਟੇਟਸ ਮਿਲੇ ਤਾਂ ਅੰਮ੍ਰਿਤ ਦੇ ਵਿੱਚ ਜਿਹੜਾ ਖਾਲਸੇ ਦੀ ਸਾਜਨਾ ਕੀਤੀ ਜਾਏਗੀ, ਤੂੰ ਖਾਲਸੇ ਦੀ ਮਾਤਾ ਕਹਿਲਾਈ ਜਾਏਗੀ। ਤੋ ਉਹਨਾਂ ਨੂੰ ਦੂਸਰੀ ਪਤਨੀ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਵੀਕਾਰ ਨਹੀਂ ਕੀਤਾ, ਲੇਕਿਨ ਖਾਲਸੇ ਦੀ ਮਾਤਾ ਦੇ ਰੂਪ ਦੇ ਅੰਦਰ ਉਹਨਾਂ ਨੂੰ ਸਵੀਕਾਰ ਜ਼ਰੂਰ ਕੀਤਾ। ਤੋ ਆਸ ਹੈ ਕਿ ਜਿਨ੍ਹਾਂ ਭੈਣ ਜੀ ਨੇ ਚਰਨਜੀਤ ਕੌਰ ਜੀ ਨੇ ਸਵਾਲ ਪੁੱਛਿਆ ਹੈ ਉਹਨਾਂ ਨੂੰ ਇਸ ਦਾ ਜਵਾਬ ਮਿਲ ਗਿਆ ਹੋਵੇਗਾ। ਤੋ ਬਾਕੀ ਜਿਹੜੇ ਡਿਟੇਲਸ ਹਨ ਉਹ ਅਲੱਗ-ਅਲੱਗ ਮਹਾਨ ਕੋਸ਼ ਅੰਦਰ ਹੋਰ ਗ੍ਰੰਥਾਂ ਦੇ ਵਿੱਚ ਅਲੱਗ-ਅਲੱਗ ਮਿਲਦੇ ਹਨ, ਲੇਕਿਨ ਜਦੋਂ ਅਸੀਂ ਉਹਨੂੰ ਗੁਰਮਤਿ ਦੀ ਕਸੌਟੀ ਤੇ ਪਰਖਦੇ ਹਾਂ ਤੇ ਸਾਨੂੰ ਲੱਗਦਾ ਹੈ ਕਿ ਉਹ ਕੁਝ ਕੁ ਬੰਦਿਆਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਇੱਕ ਤੋਂ ਜ਼ਿਆਦਾ ਆਨੰਦ ਕਾਰਜ ਇਸ ਲਈ ਲਿਖੇ ਕਿਉਂਕਿ ਉਸ ਵੇਲੇ ਰਿਵਾਜ ਸੀ ਕਿ ਰਾਜਵਾੜੇ ਜਿਹੜੇ ਹੁੰਦੇ ਸਨ, ਜਿਹੜੇ ਰਾਜੇ ਹੁੰਦੇ ਸਨ, ਉਹ
ਇੱਕ ਤੋਂ ਜ਼ਿਆਦਾ ਵਿਆਹ ਕਰਾਉਂਦੇ ਸਨ। ਔਰ ਸਾਡੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦਾ ਵੀ ਐਗਜ਼ਾਮਪਲ ਹੁੰਦਾ ਹੈ ਕਿ ਉਹਨਾਂ ਨੇ ਵੀ ਇੱਕ ਤੋਂ ਵੱਧ ਵਿਆਹ ਕਰਾਏ ਸਨ। ਤਾਂ ਸ਼ਾਇਦ ਇਸੇ ਭੁਲੇਖੇ ਦੇ ਅੰਦਰ ਉਹਨਾਂ ਨੇ ਗੁਰੂਆਂ ਨੂੰ ਵੀ ਉਸੇ ਸ਼੍ਰੇਣੀ ਵਿੱਚ ਲੈ ਕਰਕੇ ਇਹ ਲਿਖਣ ਦੀ ਕੋਸ਼ਿਸ਼ ਕੀਤੀ ਕਿ ਇੱਕ ਤੋਂ ਵੱਧ ਉਹਨਾਂ ਦੇ ਨਿਰੰਕਾਰ ਸਨ। ਲੇਕਿਨ ਗੁਰੂ ਜੋ ਦੁਹਾ ਜੁਗਤ ਸਾਧ ਸਕ ਹੈ ਫਿਰ ਪਲਟੀ ਦੀ ਅਨੁਸਾਰ ਏਕਾ ਨਾਰੀ ਜਤੀ ਦਾ ਸਿਧਾਂਤ 10 ਗੁਰੂਆਂ ਸਾਹਿਬ ਤੇ ਲਾਗੂ ਹੁੰਦਾ ਹੈ। ਵਿਚਾਰਦਿਆਂ ਅਨੇਕਾਂ ਭੁੱਲਾਂ ਹੋਈਆਂ ਨੇ, ਅਣਜਾਣ ਬੱਚਾ ਸਮਝ ਕੇ ਕਿਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਸਾਨੂੰ ਬੜਾ ਅੱਛਾ ਤਰੀਕੇ ਦੱਸਿਆ ਕਿ ਕਿਵੇਂ ਸਮੇਂ-ਸਮੇਂ ਕਈ ਰੀਤਾਂ ਰਿਵਾਜਾਂ ਹੁੰਦੀਆਂ ਨੇ, ਪ੍ਰਚਲਿਤ ਗੱਲਾਂ ਹੁੰਦੀਆਂ ਨੇ, ਉਹਦੇ ਮੁਤਾਬਕ ਨਾਮ ਜਿਹੜੇ ਨੇ ਉਹ ਵੀ ਬਦਲਦੇ ਸਨ। ਔਰ ਅਸੀਂ ਆਪਣੇ ਹਯਾਤੀ 'ਚ ਅਸੀਂ ਵੀ ਦੇਖਿਆ ਕਿ ਕਈਆਂ ਦੇ ਨਾਮ ਜਿਹਨਾਂ ਨਾਲ ਕੋਰ ਜਾਂ ਸੰਗਨੀ ਸੀ, ਜਿਸ ਵੇਲੇ ਅੰਮ੍ਰਿਤਵਾਨ ਕਰਦੇ ਸੀ, ਉਹਨਾਂ ਦਾ ਨਾਮ ਜਿਹੜਾ ਉਹ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਤੇ ਜੋ ਹੁਕਮ ਆਉਂਦਾ ਸੀ ਉਹਦੇ ਤੋਂ ਲੈ ਕੇ ਚੇਂਜ ਕੀਤਾ ਜਾਂਦਾ। ਇਹ ਆਪਾਂ ਖੁਦ ਮੈਂ ਵੀ ਦੇਖਿਆ, ਤੁਹਾਡੇ ਚੋਂ ਬੜਿਆਂ ਨੇ ਦੇਖਿਆ ਹੋਣਾ। ਤੇ ਕੁਝ ਇੱਕ ਕਬੀਲਿਆਂ 'ਚ ਅਜੇ ਵੀ ਜਿਸ ਵੇਲੇ ਵਿਆਹ ਕੇ ਬੱਚੀ ਆਉਂਦੀ ਹੈ ਤਾਂ ਉਹ ਕਹਿੰਦੇ ਇਹ ਪੇਕਾ ਨਾਮ ਹੈ, ਤੀਸਰਾ ਨਾਮ। ਤੇ ਖੈਰ ਇਹ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਹੈ। ਤੇ ਜਿਹੜੇ ਇਹ ਰੀਤੀ ਰਿਵਾਜ ਚੱਲਦੇ ਨੇ, ਅਸਲ ਗੱਲ ਤੇ ਇਹ ਹੈ ਕਿ ਕੋਈ ਵੀ ਜਿਹੜੀ ਚੀਜ਼, ਕੋਈ ਸੰਸਥਾ ਜਿਹੜੀ ਨਵੇਕਲੇ ਕੰਮ ਕਰਦੀ ਹੈ, ਉਹਦੀ ਵਿਰੋਧਤਾ ਹੋਣੀ ਲਾਜ਼ਮੀ ਹੈ। ਤੇ ਗੁਰੂ ਨਾਨਕ ਦਾ ਘਰ ਤੇ ਇੱਕ ਨਵੇਕਲਾ ਐਸਾ ਘਰ ਹੈ ਕਿਉਂਕਿ ਜਿਤਨੇ ਪ੍ਰਚਲਿਤ ਰੂੜੀਵਾਦੀ ਖਿਆਲ ਸਨ, ਕਰਮ ਕਾਂਡ ਸਨ, ਵਹਿਮ ਭਰਮ ਸਨ, ਜਿਨ੍ਹਾਂ ਨੂੰ ਲੋਕਾਂ ਨੇ ਭਟਕਾਇਆ ਸੀਗਾ, ਔਰ ਧਰਮ ਦੇ ਨਾਮ ਤੇ ਉਹਨਾਂ ਦੀ ਲੁੱਟ ਖਸੁੱਟ ਹੁੰਦੀ ਸੀ ਇਹਨਾਂ ਵਹਿਮਾਂ ਭਰਮਾਂ ਕਰਮਾਂ ਕਾਂਡਾਂ ਕਰਕੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਸਾਰਿਆਂ ਦੇ ਬਖੀਏ ਉਧੇੜੇ। ਔਰ ਆਸਾ ਕੀ ਵਾਰ ਜਿਸ ਦੇ ਅਸੀਂ ਕੀਰਤਨ ਸੁਣਦੇ ਹਾਂ ਕਿਤੇ ਉਹਦੀ ਆਪਾਂ ਵਿਚਾਰ ਕਰੀਏ ਤੇ ਪਤਾ ਲੱਗਦਾ ਹੈ। ਤੇ ਜਿਸ ਵੇਲੇ ਇਹੋ ਜਿਹੀ ਕ੍ਰਾਂਤੀਕਾਰੀ ਜਿਹੜੀ ਕੋਈ ਲਹਿਰ ਚੱਲਦੀ ਆ ਤਾਂ ਉਹਦੀ ਵਿਰੋਧਤਾ ਤੇ ਹੋਣੀ ਜ਼ਰੂਰੀ ਹੈ। ਇੱਕ ਵਿਰੋਧਤਾ ਦਾ ਤਰੀਕਾ ਇਹ ਹੁੰਦਾ ਕਿ ਚੁੱਪ ਚਪੀਤੇ ਉਹਨਾਂ ਦੇ ਇਤਿਹਾਸ ਵਿੱਚ ਰਲਗੜ ਕਰਦੇ, ਜਿਹੜਾ ਸਾਡੇ ਸਿੱਖ ਇਤਿਹਾਸ ਵਿੱਚ ਬਹੁਤ ਜ਼ਿਆਦਾ ਹੋਇਆ ਔਰ ਅੱਜ ਦੀ ਤਰੀਕ 'ਚ ਹੋ ਰਿਹਾ। ਸਾਨੂੰ ਇਹਦੇ ਬਾਰੇ ਖਬਰਦਾਰ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਜਿਹੜੀਆਂ ਗੱਲਾਂ ਨੇ ਕਹਿੰਦੇ ਦੁਸ਼ਮਣ ਬਾਤ ਕਰੇ ਅਨਹੋਣੀ, ਉਹ ਐਸੀਆਂ ਗੱਲਾਂ ਰਲਗੜ ਕਰ ਦਿੰਦੇ ਨੇ ਜਿਹੜੀਆਂ ਜਿਸ ਵੇਲੇ ਆਮ ਸੰਗਤ ਪੜ੍ਹਦੀ ਹੈ ਤਾਂ ਉਹਨਾਂ 'ਚ ਬਹੁਤੇ ਜਿਹੜੇ ਨੇ ਤੇ ਯਕੀਨ ਕਰਨਾ ਸ਼ੁਰੂ ਕਰ ਦਿੰਦੇ। ਅੱਜ ਵੀ ਬਹੁਤ ਸਾਰੇ ਜਿਹੜੇ ਕਰਮ ਕਾਂਡ ਪਖੰਡ ਨੇ, ਬਾਕੀ ਗੱਲਾਂ ਛੱਡੀਏ, ਵੀਰ ਪ੍ਰਭ ਕੀਰਤਨ ਸਿੰਘ ਜੀ ਜਿਹੜੇ ਸਿੱਖ ਇਤਿਹਾਸ ਦੇ ਸਰੋਤ ਸਾਨੂੰ ਦੱਸ ਰਹੇ ਨੇ ਪਿਛਲੇ ਕਾਫੀ ਸਮੇਂ ਤੋਂ, ਉਹਦੇ ਦੇਖ ਲਓ ਵੀ ਕਿਸ ਤਰੀਕੇ ਦੇ ਨਾਲ ਨਾਮ ਤੇ ਹੈਗਾ ਜਨਮ ਸਾਖੀਆਂ, ਨਾਮ ਤੇ ਹੈਗਾ ਸਿੱਖ ਇਤਿਹਾਸ ਦੇ ਸਰੋਤ, ਪਰੰਤੂ ਉਹਦੇ ਵਿੱਚ ਕਿਸ ਤਰ੍ਹਾਂ ਰਲਗੜ ਕੀਤੀ ਗਈ ਹੈ, ਉਹਦੇ ਬਾਰੇ ਸਾਨੂੰ ਜਾਗਰੂਕ ਹੋਣਾ ਚਾਹੀਦਾ ਸਾਰਿਆਂ ਨੂੰ, ਇੱਕ ਨੂੰ ਨਹੀਂ। ਇਹ ਸਾਰਿਆਂ ਦਾ ਫਰਜ਼ ਹੈ ਅਸੀਂ ਦੇਖੀਏ। ਜਿਵੇਂ ਹੁਣ ਵੀਰ ਜੀ ਨੇ ਦੱਸਿਆ ਹੈ, ਜਿਹੜੀ ਗੱਲ ਗੁਰਮਤਿ ਕਸਵੱਟੀ ਤੇ ਨਹੀਂ ਉਤਰਦੀ ਉਹਨੂੰ ਰਾਈਟ ਵੇ ਸਾਨੂੰ ਪਰੇ ਕਰ ਦੇਣਾ ਚਾਹੀਦਾ। ਤੋ ਇਸੇ ਤਰ੍ਹਾਂ ਇਹ ਗੱਲਾਂ ਜਿਹੜੀਆਂ ਵਾਪਰੀਆਂ ਨੇ, ਤੋ ਮੈਂ ਵੀਰ ਤੇਜਿੰਦਰ ਸਿੰਘ ਆਪ ਦਾ ਧੰਨਵਾਦ ਕਰਦਾ ਕਿਉਂਕਿ ਇਹੋ ਜਿਹੇ ਸਵਾਲ ਜਿਹੜੇ ਨੇ ਉਹਨਾਂ ਦਾ ਜਵਾਬ ਲੱਭਣਾ ਵੀ ਬੜਾ ਔਖਾ ਕੰਮ ਹੈ। ਤੋ ਇੱਕ ਵਾਰੀ ਫਿਰ ਧੰਨਵਾਦ। ਤੋ ਸੰਗਤ ਜੀ, ਮੈਂ ਸਭ ਤੋਂ ਪਹਿਲੇ ਸਾਹਿਬ ਕੁਲਦੀਪ ਸਿੰਘ ਜੀ ਕੋਲੋਂ ਖਿਮਾ ਮੰਗਦਾ ਕਿ ਤੁਹਾਡਾ ਸਵਾਲ ਅੱਜ ਵੀ ਨਹੀਂ ਅਸੀਂ ਲੈ ਸਕੇ ਕਿਉਂਕਿ ਸਮਾਂ ਹੋ ਗਿਆ। ਅਗਲੇ ਹਫਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਸਤਿਗੁਰੂ ਬਖਸ਼ਿਸ਼ ਕਰਨਗੇ, ਆਪਾਂ ਸਭ ਤੋਂ ਪਹਿਲਾਂ ਤੁਹਾਡਾ ਸਵਾਲ ਲਵਾਂਗੇ। ਤੋ ਅੱਜ ਲਈ ਮੈਨੂੰ ਤੁਸੀਂ ਖਿਮਾ ਦੇ ਦਿਓ। ਤੋ ਸੰਗਤ ਜੀ, ਹੁਣ ਸਮਾਂ ਹੋ ਗਿਆ, ਇਸ ਕਰਕੇ ਜਿਹੜੇ 2 ਸਵਾਲ ਬਾਕੀ ਰਹਿ ਗਏ ਨੇ ਉਹ ਅਸੀਂ ਅਗਲੀ ਵਾਰੀ ਲਵਾਂਗੇ। ਮੈਂ ਕੁਝ ਬੇਨਤੀਆਂ ਕਰਨੀਆਂ ਨੇ ਤੇ ਵੀਰ MP ਸਿੰਘ ਜੀ ਤੁਸੀਂ ਰਿਕਾਰਡਿੰਗ ਬੇਸ਼ੱਕ ਬੰਦ ਕਰ ਸਕਦੇ ਹੋ। ਤੋ ਸੰਗਤ ਜੀ, ਇੱਕ ਤੇ ਸੰਗਤ ਵਿੱਚ ਇੱਕ ID ਹੈ ਪ੍ਰੀਤਮ ਪਾਲ ਰਿਸ਼ੀ।